ਦੇਸ਼ ਦੇ ਕਿਸਾਨਾਂ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਤਿੱਖੇ ਦੌਰ ਵਿੱਚ ਪਹੁੰਚ ਗਿਆ। ਦਿੱਲੀ ਦੇ ਸਾਰੇ ਬਾਰਡਰਾਂ 'ਤੇ ਕਿਸਾਨਾਂ ਨੇ ਧਰਨੇ ਸ਼ੁਰੂ ਕਰ ਦਿੱਤੇ ਨੇ। ਕਿਸਾਨ ਵਜਿੱਦ ਨੇ ਕਿ ਉਹਨਾਂ ਨੂੰ ਜਾਂ ਤਾਂ ਦਿੱਲੀ ਦੇ ਰਾਮਲੀਲਾ ਮੈਦਾਨ ਜਾਂ ਜੰਤਰ ਮੰਤਰ 'ਤੇ ਜਾਣ ਦੀ ਆਗਿਆ ਦਿੱਤੀ ਜਾਵੇ, ਨਹੀਂ ਤਾਂ ਉਹ ਫਿਰ ਦਿੱਲੀ ਨੂੰ ਜਾਂਦੇ ਸਾਰੇ ਰਸਤੇ ਜਾਮ ਕਰਕੇ ਬੈਠਣਗੇ। ਸਾਰੇ ਕਸ 'ਚ ਇੱਕ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਕੀ ਕਿਸਾਨਾਂ ਦੀ ਇਹਨਾਂ ਮੰਗਾਂ ਪਿੱਛੇ ਕੋਈ ਰਾਜਨੀਤੀ ਕੰਮ ਕਰਦੀ ਹੈ? ਕਿਉਂਕਿ ਕੇਂਦਰ ਨੇ ਜਦੋਂ 3 ਖੇਤੀਬਾੜੀ ਸੰਬੰਧੀ ਬਿੱਲ ਲੈ ਕੇ ਆਉਂਦੇ ਸਨ, ਉਦੋਂ ਤੋਂ ਲੈ ਕੇ ਕਿਸਾਨਾਂ ਦਾ ਗੁੱਸਾ ਜਾਰੀ ਹੈ। ਉਸ ਤੋਂ ਬਾਅਦ ਤਿੰਨੇ ਬਿੱਲਾਂ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ ਗਿਆ। ਕੇਂਦਰ ਸਰਕਾਰ ਵਜਿੱਦਾ ਹੈ ਕਿ ਉਹ ਕਿਸਾਨਾਂ ਦੀ ਭਲਾਈ ਕਰ ਰਹੀ ਹੈ, ਜਿਸ ਕਾਰਨ ਤਿੰਨੇ ਜਿਹੜੇ ਕਾਨੂੰਨ ਨੇ ਉਹ ਲਾਗੂ ਕੀਤੇ ਜਾਣਗੇ। ਉਸ ਤੋਂ ਬਾਅਦ ਚੌਥਾ ਕਾਨੂੰਨ ਇਹ ਲਿਆਂਦਾ ਕਿ ਪਰਾਲੀ ਸਾੜਨ ਦੇ ਮਾਮਲੇ 'ਤੇ ਕਰੋੜਾਂ ਦਾ ਜੁਰਮਾਨਾ ਅਤੇ ਜੇਲ੍ਹ ਦੀ ਵਿਵਸਥਾ ਕਰ ਦਿੱਤੀ ਗਈ, ਜਿਸ ਨਾਲ ਕਿਸਾਨਾਂ ਦਾ ਗੁੱਸਾ ਹੋਰ ਵੱਧ ਗਿਆ। ਹੁਣ ਇੱਕ ਵੱਡੀ ਤਾਕਤ ਦਿੱਲੀ ਨੂੰ ਘੇਰਨ ਲਈ ਤਿਆਰ ਬੈਠੀ ਹੈ। ਦੇਖਦੇ ਹਾਂ ਦਿੱਲੀ ਮੰਨੇਗੀ ਜਾਂ ਨਹੀਂ ਮੰਨੇਗੀ। ਪਰ ਕੀ ਇਹ ਸਾਰੇ ਕਾਸੇ 'ਚ ਸਿਆਸਤ ਹੈ ਜਾਂ ਨਹੀਂ ਹੈ? ਕੀ ਪਹਿਲਾਂ ਦੀਆਂ ਮੂਵਮੈਂਟਾਂ ਪਿੱਛੇ ਵੀ ਕੋਈ ਸਿਆਸਤ ਹੁੰਦੀ ਹੈ? ਜਿਸ ਤਰ੍ਹਾਂ 1982 ਦੇ ਵਿੱਚ ਜਦੋਂ ਏਸ਼ੀਅਨ ਗੇਮਾਂ ਹੋਈਆਂ ਸਨ, ਤਾਂ ਹਰਿਆਣੇ ਦੇ ਜਿਹੜੇ ਉਸ ਵੇਲੇ ਦੇ ਮੁੱਖ ਮੰਤਰੀ ਭਜਨ ਲਾਲ ਨੇ ਕਿਸਾਨਾਂ ਨੂੰ ਅਤੇ ਸਿੱਖਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਸੀ, ਕਿਉਂਕਿ ਅਕਾਲੀ ਦਲ ਦਾ ਮੋਰਚਾ ਚੱਲਦਾ ਸੀ। ਇਸੇ ਤਰ੍ਹਾਂ ਮਨੋਹਰ ਲਾਲ ਖੱਟਰ ਜਿਹੜੇ ਹੁਣ ਮੌਜੂਦਾ ਮੁੱਖ ਮੰਤਰੀ ਨੇ ਹਰਿਆਣੇ ਦੇ, ਉਹਨੇ ਵੀ ਰੋਕਾਂ ਖੜੀਆਂ ਕੀਤੀਆਂ। ਪਹਿਲੀ ਵਾਰ ਹੋਏਗਾ ਕਿ ਸੜਕਾਂ ਵੀ ਪੁੱਟ ਦਿੱਤੀਆਂ ਗਈਆਂ। ਸਾਰੇ ਕਾਸ 'ਤੇ ਗੱਲ ਕਰਾਂਗੇ ਕੁਲਬੀਰ ਸਿੰਘ ਸਿੱਧੂ ਨਾਲ, ਜੋ ਸਾਬਕਾ IAS ਨੇ। ਕੀ ਵਾਕਈ ਇਹ ਸਾਰੇ ਪਿੱਛੇ ਰਾਜਨੀਤੀ ਕੰਮ ਕਰਦੀ ਆ, ਜਾਂ ਫਿਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਹੱਕੀ ਅਤੇ ਸੱਚੀ ਨੇ, ਜਿਸ ਕਾਰਨ ਕਿਸਾਨਾਂ 'ਚ ਰੋਸ ਬਣਿਆ ਹੋਇਆ? ਸਿੱਧੂ ਸਾਹਿਬ, ਕੀ ਲੱਗਦਾ ਕਿ ਕਿਸਾਨ ਅੰਦੋਲਨ ਪਿੱਛੇ ਕੋਈ ਰਾਜਨੀਤੀ ਕੰਮ ਕਰਦੀ ਹੈ ਜਾਂ ਨਹੀਂ, ਜਿਹਾ ਕਿ ਦੋਸ਼ ਲਗਾਏ ਜਾ ਰਹੇ ਨੇ? ਖੋਖਰ ਵੀਰ, ਜਿਹੜੀ ਤੁਸੀਂ ਭੂਮਿਕਾ ਦੇ ਤੌਰ 'ਤੇ, ਇੰਟਰੋਡਕਸ਼ਨ ਦੇ ਤੌਰ 'ਤੇ ਗੱਲ ਕੀਤੀ ਹੈ ਨਾ, ਆਈ ਐਮ ਨੀਡਲੈਸ ਟੂ ਫਲੈਟਰ ਯੂ, ਪਰ ਇਹ ਜਿਹੜਾ ਤੁਹਾਡਾ ਨਰੇਟਿਵ ਹੈ, ਇਹ ਕੁੱਲ ਅਗਰੇਰੀਅਨ ਰਿਫੋਰਮ ਦੇ ਨਾਂ ਦੇ ਉੱਤੇ ਜੋ ਕੁਛ ਹੋ ਰਿਹਾ ਹੈ, ਕਿਸਾਨੀ ਨੂੰ ਅਪਲਿਫਟ ਕਰਨ ਲਈ ਜੋ ਕੁਛ ਹੋ ਰਿਹਾ ਹੈ, ਅਤੇ ਉਸ ਦੇ ਅਗੇਂਸਟ ਜਿਹੜੀ ਕਿਸਾਨ ਦੀ ਸਟਰਗਲ ਫਾਰ ਸਰਵਾਈਵਲ ਹੈ, ਕਿਸਾਨੀ ਦੀ ਦਾ ਜਿਹੜਾ ਸੰਘਰਸ਼, ਇਕੱਲਾ ਸੰਘਰਸ਼ ਨਹੀਂ, ਇਸ ਦੇ ਵਿੱਚ ਸੰਘਰਸ਼ ਫਾਰ ਸਰਵਾਈਵਲ, ਆਪਣੇ ਆਪ ਨੂੰ ਜ਼ਿੰਦਾ ਰੱਖਣ ਦਾ ਸੰਘਰਸ਼ ਹੈ। ਇਹ ਕੋਈ ਛੋਟਾ ਸੰਘਰਸ਼ ਨਹੀਂ। ਤਾਂ ਉਸ ਦੀ ਤੁਸੀਂ ਤਰਜਮਾਨੀ ਕੀਤੀ ਹੈ। ਅਤੇ ਮੇਰੇ ਵੀ, ਕਿਉਂਕਿ ਇੱਕ ਕਿਸਾਨ ਦਾ ਪੁੱਤਰ ਹੋਣ ਕਰਕੇ, ਹੁਣ ਮੈਂ ਇਹ ਤਾਂ ਨਹੀਂ ਕਹੂੰਗਾ ਵੀ ਕਿਸਾਨ ਹੈ, 40 ਸਾਲ ਮੁਲਾਜ਼ਮਤ ਕਰਕੇ, ਹਾਂ ਅਜੇ ਵੀ ਜ਼ਮੀਨ ਦੇ ਕੁਛ ਟੁਕੜੇ ਦੇ ਮਾਲਕ ਹੋਣ ਦੇ ਨਾਤੇ ਮੇਰਾ ਸਰੋਕਾਰ ਵੀ ਕਿਸੇ ਵੀ ਵੱਡੇ ਛੋਟੇ ਕਿਸਾਨ, ਪਹਿਲੀ ਗੱਲ ਤਾਂ ਵੱਡਾ ਕਿਸਾਨ ਰਿਹਾ ਹੀ ਨਹੀਂ, ਤਾਂ ਮੇਰਾ ਸਰੋਕਾਰ ਵੀ ਆਮ ਕਿਸਾਨ ਦੇ ਨਾਲ ਜੁੜਿਆ ਹੋਇਆ ਹੈ, ਜਨਮਜਾਤ ਜੁੜਿਆ ਹੋਇਆ ਹੈ। ਔਰ ਇੰਨੀ ਦੇਰ ਗੌਰਮੈਂਟ ਸਰਵਿਸ 'ਚ ਰਹਿਣ ਕਰਕੇ ਇੱਕ ਜਿਹੜੀ ਥੋੜ੍ਹੀ ਜਿਹੀ ਭਾਂਪਣ ਦੀ ਇੱਕ ਤਾਕਤ ਬਣ ਜਾਂਦੀ ਹੈ, ਤੁਹਾਡੀ ਇੱਕ ਪੋਟੈਂਸ਼ੀਅਲ ਬਣ ਜਾਂਦਾ ਹੈ ਕਿ ਠੀਕ ਨੂੰ ਠੀਕ ਕਹਿਣਾ, ਗਲਤ ਨੂੰ ਗਲਤ ਕਹਿਣ ਦਾ ਜਾਂ ਸਮਝਣ ਦਾ ਜਿਹੜਾ ਨਜ਼ਰੀਆ ਹੁੰਦਾ ਉਹ ਬਣਿਆ ਹੈ। ਅਤੇ ਉਸ ਵਿੱਚ ਮੈਂ ਕੁੱਲ ਮਿਲਾ ਕੇ ਫਿਰ ਰਿਪੀਟ ਕਰਦਾ ਕਿ ਅਗਰੇਰੀਅਨ ਰੈਵੋਲਿਊਸ਼ਨ ਦੇ ਨਾਂ 'ਤੇ ਕਿ ਅਸੀਂ ਜ਼ਿਮੀਂਦਾਰ ਦੀ ਆਮਦਨ ਦੁੱਗਣੀ ਕਰ ਦੇਣੀ ਹੈ, ਇਸ ਤੋਂ ਅੱਗੇ ਅਸੀਂ ਖੇਤੀ ਨੂੰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਹਾਣੀ ਬਣਾ ਦੇਣਾ, ਗੈਟ ਦੇ ਜਿਹੜੇ ਅਸੂਲ ਸੀ, ਜਿਹੜੇ ਉਹਦੀਆਂ ਸ਼ਰਤਾਂ ਸੀ, ਉਹਨਾਂ ਦੇ ਬਰਾਬਰ ਅਸੀਂ ਉਤਰਨਾ ਹੈ ਔਰ ਇੰਟਰਨੈਸ਼ਨਲ ਮਾਰਕੀਟ ਵਿੱਚ ਜਾਣਾ। ਇਹ ਜਿਹੜੀਆਂ ਸਾਰੀਆਂ ਗੱਲਾਂ, ਇਹਨਾਂ ਦੇ ਬਾਰੇ ਖਾਸ ਤੌਰ 'ਤੇ ਉਦੋਂ ਜਦੋਂ ਕਿ ਪਿਛਲੇ 5-10 ਸਾਲਾਂ ਤੋਂ ਇਕੱਲੀ ਕਿਸਾਨੀ ਹੀ ਨਹੀਂ, ਭਾਵੇਂ ਉਹ GST ਸੀ, ਭਾਵੇਂ ਡੀਮੋਨੇਟਾਈਜੇਸ਼ਨ ਸੀ, ਭਾਵੇਂ ਕੁਛ ਹੋਰ ਸੀ, ਉਹ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਕਿਤੇ ਨਾ ਕਿਤੇ ਕਾਰਪੋਰੇਟ ਵਰਲਡ ਅਤੇ ਕੈਪੀਟਲਿਜ਼ਮ ਵੱਲ ਨੂੰ ਤੁਰੀਆਂ ਜਾਂਦੀਆਂ। ਜਦੋਂ ਕਿ ਸਾਡੀ ਪੋਜੀਸ਼ਨ ਤਾਂ ਉਸ ਬਜ਼ੁਰਗ ਵਰਗੀ ਹੈ ਕਿ ਜਿਸ ਦੇ ਮਰੇ ਪਏ ਦੇ ਬੁੱਲ੍ਹਾਂ ਨੂੰ ਘਿਓ ਲਾ ਕੇ ਉਹਦੇ ਨਿਆਣੇ ਕਹਿੰਦੇ ਵੀ ਅਸੀਂ ਬਜ਼ੁਰਗ ਦੀ ਬੜੀ ਸੇਵਾ ਕਰਦੇ ਸੀ। ਤਾਂ ਸਾਡੀ ਕਿਸਾਨੀ ਦੀ ਹਾਲਤ ਉਹ ਹੈ। ਤਾਂ ਕੁੱਲ ਸਿਨਾਰੀਓ ਜਿੱਥੇ ਤੁਸੀਂ ਇੱਕ ਸਵਾਲ ਬੜਾ ਕੀਤਾ ਹੈ ਕਿ ਕੀ ਇਹ ਰਾਜਨੀਤੀ ਹੈ, ਅਤੇ ਜੋ ਮੇਰੀ ਸਮਝ ਦੇ ਵਿੱਚ ਹਾਲਾਤ ਸਾਹਮਣੇ ਆ ਰਹੇ ਹੈ, ਰਾਜਨੀਤੀ ਤਾਂ ਹੈ, ਪਰ ਰਾਜਨੀਤੀ ਦੇ ਵਿੱਚ ਬਦਨੀਤੀ ਬਹੁਤ ਪ੍ਰੀਡੋਮੀਨੈਂਟ ਹੈ, ਜੁਮਲੇਬਾਜ਼ੀ ਜ਼ਿਆਦਾ ਪ੍ਰੀਡੋਮੀਨੈਂਟ ਹੈ ਪਿਛਲੇ ਸਾਡੇ ਰਿਕਾਰਡ ਨੂੰ ਦੇਖਦੇ ਹੋਏ।
ਤੇ ਇਹ ਸਾਰੇ ਸਿਨੈਰੀਓ ਦੀ ਆਪਾਂ ਗੱਲ ਕਰਨੀ ਚਾਹ ਰਹੇ ਹਾਂ ਔਰ ਕਰਾਂਗੇ। ਪਰਮਾਤਮਾ ਮਿਹਰ ਰੱਖੇ ਕਿ ਮੈਂ ਜ਼ਿਮੀਂਦਾਰਾਂ ਦੇ, ਕਿਸਾਨਾਂ ਦੀ, ਜ਼ਿਮੀਂਦਾਰਾਂ ਦੇ ਨਹੀਂ ਕਿਸਾਨਾਂ ਦੀ, ਜਿੱਥੇ ਕਿਸਾਨ ਪਹੁੰਚ ਗਿਆ 2.5 3 ਕਿੱਲਿਆਂ ਤੇ, ਉਸ ਦੀ ਤਰਜਮਾਨੀ ਕਰ ਸਕਾਂ, ਪਰਮਾਤਮਾ ਮਿਹਰ ਕਰੇ। ਪਰ ਕੁੱਲ ਬਣਾ ਕੇ ਗੱਲ ਇਹ ਲੱਗਦੀ ਹੈ ਕਿ ਅਬ ਤੋਂ ਦੁਆ ਵੀ ਕਰੂੰ ਤਾਂ ਦਗਾ ਸੀ ਲਗੇ ਹੈ। ਤਾਂ ਇਹ ਮਿੱਠਾ ਜ਼ਹਿਰ ਜਿਹਾ ਲੱਗਦਾ ਹੈ ਜੋ ਕੁਛ ਕਿਹਾ ਜਾ ਰਿਹਾ ਹੈ ਕਿ 3 ਕਾਨੂੰਨ ਬਣਾਏ ਹੈ, ਉਹ ਤਿੰਨੋਂ ਕਾਨੂੰਨ ਤੁਹਾਨੂੰ ਫਿਰ ਮੈਂ ਰਿਪੀਟ ਕਰਦਾ ਸਮੇਂ ਦਾ ਹਾਣੀ ਬਣਾ ਦੇਣਗੇ। ਪਰ ਜਿਹੜੇ ਹਾਲਾਤਾਂ ਵਿੱਚ ਉਹ ਬਣੇ ਹੈ, ਇੱਕ ਪਾਸੇ ਤਾਂ ਹਿਊਮਨ ਰਾਈਟਸ ਦੇ ਤੁਸੀਂ ਰਾਖੇ ਹੋ, ਅਲੰਬਰਦਾਰ ਹੋ। ਕੋਵਿਡ ਆ ਗਿਆ ਅਤੇ ਤੁਸੀਂ ਜੂਨ ਦੇ ਵਿੱਚ ਜਦੋਂ ਕੋਵਿਡ ਸਿਰੇ 'ਤੇ ਹੈ ਅਤੇ ਉਦੋਂ ਤੁਸੀਂ ਇਹ ਗੱਲ ਕਰਦੇ ਹੋ ਕਿ ਇਹ ਕਾਨੂੰਨ ਤੁਸੀਂ ਆਰਡੀਨੈਂਸ ਦੇ ਤੌਰ 'ਤੇ ਲੈ ਕੇ ਆਉਂਦੇ ਹੋ, ਫਿਰ ਕਾਹਲੀ ਦੇ ਵਿੱਚ ਉਹਨਾਂ ਨੂੰ ਤੁਸੀਂ ਬਿੱਲ ਬਣਾ ਕੇ ਐਕਟ ਵੀ ਬਣਾ ਦਿੰਦੇ ਹੋ, ਪਾਰਲੀਮੈਂਟ 'ਚ ਵੀ ਪ੍ਰੈਜ਼ੀਡੈਂਟ ਦੀ ਵੀ ਅਸੈਂਟ ਹੋ ਜਾਂਦੀ ਹੈ। ਇਹ ਸਾਰੀਆਂ ਗੱਲਾਂ ਐਂ ਲੱਗਦੀਆਂ ਵੀ ਕਿਸੇ ਜੱਟ ਦਾ ਨਾ ਵੈੜਕਾ ਸਮਝਦੇ ਹੋ, ਬਿਲਕੁਲ, ਜਦੋਂ ਜਵਾਨ ਬਲਦ ਕਹ ਲਈ, ਜਵਾਨ ਬਲਦ, ਹਾਂ, ਉਹ ਖੇਤੀ ਤੋਂ ਪਹਿਲਾਂ ਤੁਹਾਨੂੰ ਪਤਾ ਵੀ ਉਸ ਨੂੰ ਖੱਸੀ ਕੀਤਾ ਜਾਂਦਾ ਸੀ। ਤਾਂ ਉਹ ਕਿਸੇ ਦਾ ਖੂਹ ਦੇ 'ਚ ਡਿੱਗ ਪਿਆ ਅਤੇ ਉਹਨੂੰ ਗਊ ਦਾ ਜਾਇਆ ਸੀ ਕੱਢਣ ਦਾ, ਸਾਰੇ ਕੌਮ ਨੂੰ ਫਿਕਰ ਪੈ ਗਿਆ, ਸਾਰੀ ਕਮਿਊਨਿਟੀ ਨੂੰ ਫਿਕਰ ਪੈ ਗਿਆ। ਤਾਂ ਬਾਬਾ ਕਹਿੰਦਾ ਵੀ ਐਂ ਕਰੋ ਯਾਰ, ਇਹਨੂੰ ਕੱਢੋ ਤਾਂ ਜ਼ਰੂਰ ਗਊ ਦਾ ਜਾਇਆ, ਪਰ ਇਹਨੂੰ ਪਹਿਲਾਂ ਹੁਣ ਖੱਸੀ ਵੀ ਨਾਲ ਹੀ ਕਰ ਲਓ ਕਿਉਂਕਿ ਹਲ ਜੋੜਨਾ। ਤਾਂ ਇਹ ਮੈਂ ਤਾਂ ਇਸ ਨੂੰ ਬੜਾ, ਕਿਉਂਕਿ ਪੇਂਡੂ ਸਾਡੇ ਕਲਚਰ ਦੀ, ਸਾਡੇ ਸੱਭਿਆਚਾਰ ਦੀ, ਸਾਡਾ ਜਿਹਦੇ ਵਿੱਚ ਖੇਤੀ ਪ੍ਰਧਾਨ ਹੈ ਸਾਡਾ ਸੱਭਿਆਚਾਰ, ਉਹਦੀ ਮੈਂ ਤਰਜਮਾਨੀ ਐਂ ਕਰਦਾ ਹੈਗਾ, ਜਿਹੜਾ ਸਾਰੀ ਕਾਹਲਬਾਜ਼ੀ ਹੋਈ ਹੈ ਇਹਦੇ ਵਿੱਚ ਸੋਫਿਸਟੀਕੇਟਡ ਤਰੀਕੇ ਨਾਲ ਕਹੋ ਤਾਂ ਪੋਲੀਟਿਕਸ ਹੋਈ ਹੈ, ਰਾਜਨੀਤੀ ਹੋਈ ਹੈ। ਔਰ ਰਾਜਨੀਤੀ ਹੋਈ ਹੈ ਕਿ ਤੁਹਾਡਾ ਫਾਇਦਾ ਕਰਾਂਗੇ, ਦੁੱਗਣੀ ਆਮਦਨ ਹੋ ਜਾਊਗੀ, ਅਤੇ ਜਿਹੜਾ ਤੁਸੀਂ ਉਹ ਕਾਰਪੋਰੇਟ ਅਤੇ ਕੈਪੀਟਲਿਸਟਿਕ ਵਰਲਡ ਦਾ ਜਾਂ ਵਰਲਡ ਟਰੇਡ ਦੇ ਤੁਸੀਂ ਹਾਣੀ ਹੋ ਜਾਓਗੇ। ਇਹ ਮੈਨੂੰ ਕੁਛ ਐਂ ਜੇ ਲੱਗਦਾ ਹੈ ਵੀ ਗੱਪ ਕੁਛ ਵੱਡੀ ਵੱਜ ਗਈ, ਬਿਲਕੁਲ, ਸਪੈਸ਼ਲੀ ਜੇ ਅਸੀਂ, ਫਿਰ ਮੈਂ ਰਿਪੀਟ ਕਰਦਾ ਵਾਰੀ। ਇਹਦੇ ਵਿੱਚ ਇੱਕ ਹੋਰ ਸਵਾਲ ਆ ਜਾਂਦਾ ਹੈ ਜੀ, ਜਿਹੜੇ ਕੁਝ ਸੱਤਾਧਾਰੀ ਨੇ ਬੀਜੇਪੀ ਵਾਲੇ, ਚਾਹੇ ਹਰਿਆਣਾ ਦੇ ਮੰਤਰੀ ਹੋਣ ਜਾਂ ਕੇਂਦਰ ਦੇ ਮੰਤਰੀ ਹੋਣ, ਉਹ ਬਿਆਨਬਾਜ਼ੀ ਕਰਨ ਲੱਗੇ ਪਏ ਨੇ ਕਿ ਇਹਨਾਂ ਨੂੰ ਜਿਹੜੀ ਕਾਂਗਰਸ ਚੱਕ ਰਹੀ ਹੈ ਕਿਸਾਨਾਂ ਨੂੰ, ਪੰਜਾਬ ਦੇ ਕਹਿੰਦੇ ਕਿਸਾਨਾਂ ਪਿੱਛੇ ਕਾਂਗਰਸ ਦਾ ਹੱਥ ਹੈ, ਤਾਂ ਇਹ ਮੂਵਮੈਂਟ ਕਰ ਰਹੇ ਨੇ। ਇਹ ਜਿਹੜੀ ਕਿਸਾਨੀ ਮੂਵਮੈਂਟ ਹੈ ਇਹਦੇ ਪਿੱਛੇ ਵੀ ਕਹਿੰਦੇ ਰਾਜਨੀਤੀ, ਇਹ ਦੋਸ਼ ਲੱਗਣੇ ਸ਼ੁਰੂ ਹੋ ਗਏ ਨੇ। ਨਾਲ ਜਿਹੜਾ ਨੈਸ਼ਨਲ ਮੀਡੀਆ, ਕੁਝ ਗੋਦੀ ਮੀਡੀਆ ਜਿਹਨੂੰ ਕਿਹਾ ਜਾਂਦਾ, ਉਹਨਾਂ ਨੇ ਦੋਸ਼ ਲਾਤੇ ਕਿ ਕਿਸਾਨਾਂ ਦੀ ਜਿਹੜੀ ਮੂਵਮੈਂਟ ਆ ਉਹਨੂੰ ਖਾਲਿਸਤਾਨੀਆਂ ਨੇ ਕੈਪਚਰ ਕਰ ਲਿਆ। ਇਹਦੇ ਬਾਰੇ ਕੀ ਕਹਿਣਾ? ਭਾਜੀ, ਜਿੱਥੋਂ ਤੱਕ ਜੋ ਰਾਜਨੀਤੀ ਦੀ ਗੱਲ ਕਰਦੇ ਹੋ ਨਾ, ਅਤੇ ਉਹ ਰਾਜਨੀਤੀ ਇਕੱਲੀ ਸੈਂਟਰ ਦੀ ਨਹੀਂ ਹੈ, ਉਹਦੇ 'ਚ ਸਟੇਟ ਦੀ ਰਾਜਨੀਤੀ ਵੀ ਵਿੱਚ ਹੈ। ਅਤੇ ਸਟੇਟ ਦੀ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਹੈ ਕਿ ਐਦੋਂ ਬਦਕਿਸਮਤੀ ਕੀ ਹੋਊ ਕਿ ਦੇਸ਼ ਦੇ ਜਿਹੜੇ ਰਾਖੇ ਹੈ, ਜਦੋਂ ਪਰਸੋਂ ਚੀਨ ਦੀ ਲੜਾਈ ਲੜੇ, 1962 ਦੀ ਮੈਂ ਗੱਲ ਕਰਦਾ, ਜਦੋਂ ਉਹ 1965 ਅਤੇ 1971 ਦੀਆਂ ਪਾਕਿਸਤਾਨ ਦੀਆਂ ਲੜਾਈਆਂ ਲੜੇ, ਫਿਰ ਉਹ ਕਾਰਗਿਲ ਦੇ ਲੜੇ ਅਤੇ ਅੱਜ ਵੀ ਲੜ ਰਹੇ, ਤਾਂ ਉਹਨਾਂ ਦੇ ਨਾਂ ਦੇ ਉੱਤੇ ਵੀ ਇੱਕ ਸਿਆਸਤ ਹੋ ਰਹੀ ਹੈ। ਅਸੀਂ ਕਾਰਗਿਲ ਦੇ ਸ਼ਹੀਦਾਂ ਦੇ ਤਾਬੂਤਾਂ ਦੇ ਉੱਤੇ, ਕਫਨ ਦੇ ਉੱਤੇ ਵੀ ਬਦਕਿਸਮਤੀ ਹੈ ਸਾਡੀ ਕਿ ਅਸੀਂ ਉੱਥੇ ਵੀ ਰਾਜਨੀਤੀ ਕਰਦੇ ਰਹੇ, ਉੱਥੇ ਵੀ ਸਾਡਾ ਭ੍ਰਿਸ਼ਟਾਚਾਰ ਸਾਹਮਣੇ ਆਉਂਦਾ ਰਿਹਾ। ਤਾਂ ਇਸ ਦੇ ਵਿੱਚ ਜਦੋਂ ਰਾਜਨੀਤੀ ਦੀ ਗੱਲ ਕਰਦੇ ਹੋ ਨਾ, ਅਤੇ ਉਦੋਂ ਇਕੱਲੀ ਸੈਂਟਰ ਦੀ ਰਾਜਨੀਤੀ ਨਹੀਂ, ਇਹ ਰਾਜ ਸੱਤਾ ਦੀ ਰਾਜਨੀਤੀ ਸਟੇਟਾਂ ਦੀ ਵੀ ਹੈ। ਔਰ ਸਟੇਟ ਦੇ ਵਿੱਚ ਵੀ ਤੁਸੀਂ ਅੱਜ ਦੇਖੋ, ਕਿਸਾਨਾਂ ਨੇ ਕਿਹਾ ਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ, ਕਿਸੇ ਪੋਲੀਟੀਕਲ ਲੀਡਰ ਨੂੰ ਅੱਗੇ ਨਹੀਂ ਲਾਉਣਾ। ਕਾਰਨ ਕੀ ਹੈ ਕਿ ਚਲਦੇ ਚਲਦੇ ਰਾਜਨੀਤੀ ਇੰਨੀ ਡੀਜਨਰੇਟ ਹੋ ਗਈ ਹੈ ਕਿ ਉਹਦੇ ਵਿੱਚ ਪਤਾ ਨਹੀਂ ਲੱਗਦਾ ਕਿ ਰਾਜਨੀਤੀ ਕਦੋਂ ਬਦਨੀਤੀ ਦੀ ਹੱਦ ਵਿੱਚ ਆ ਜਾਂਦੀ ਹੈ। ਅਤੇ ਜੇ ਕਿਤੇ ਬਦਨੀਤੀ ਰਾਜਨੀਤੀ ਦੇ ਵਿੱਚ ਆ ਜੇ ਅਤੇ ਫਿਰ ਤਾਂ ਵਾਹਿਗੁਰੂ ਰਾਖਾ। ਤਾਂ ਹੁਣ ਜਿਹੜਾ ਇਹ ਹੈ, ਇਸ ਦੇ ਵਿੱਚ ਅਜੇ ਵੀ ਪਾਰਟੀਆਂ ਇਸ ਹਿਸਾਬ ਨਾਲ ਚੱਲ ਰਹੀਆਂ ਕਿ ਜੇ ਇੱਕ ਪਾਰਟੀ ਨੂੰ ਸਿਹਰਾ ਨਾ ਮਿਲ ਜੇ, ਉਹ ਪਾਰਟੀ ਕਿਤੇ ਅੱਗੇ ਨਾ ਆ ਜੇ, ਅਤੇ ਜਿਹੜੀ ਰਾਜ ਸੱਤਾ ਦੇ ਵਿੱਚ ਹੈ ਉਹਨੂੰ ਠਿੱਬੀ ਲੱਗੇ, ਤਾਂ ਫਿਰ ਸਾਡਾ ਹੀ ਨੰਬਰ ਆਵੇ। ਜਿੰਨੀ ਦੇਰ ਇਹ ਸਾਡੇ ਜਿਹੜੇ ਆਗੂ ਹੈ, ਲੀਡਰ ਹੈ, ਹੁਣ ਉਹ ਇਹ ਨਹੀਂ ਸਮਝਦੇ
ਖਾਸ ਤੌਰ 'ਤੇ ਮੈਂ ਤਾਂ ਕਹਿੰਦਾ ਸੈਂਟਰ ਤੱਕ ਹੀ, ਛੋਟਾ ਮੂੰਹ ਵੱਡੀ ਗੱਲ, ਕਿ ਰਾਜ ਜੇ ਪਰਜਾ ਹੀ ਨਾ ਰਹੀ, ਜੇ ਤੁਹਾਡੇ ਲੋਕ ਹੀ ਨਾ ਰਹੇ, ਜੇ ਤੁਹਾਡੇ ਲੋਕ ਹੀ ਕੰਗਲੇ ਹੋ ਗਏ, ਕੰਗਾਲ ਹੋ ਗਏ, ਤਾਂ ਤੁਸੀਂ ਕਿਸ ਮੁਲਕ ਦੇ ਉੱਤੇ, ਕਿਸ ਸਟੇਟ ਉੱਤੇ ਤੁਹਾਡਾ ਰਾਜ ਕਰਨ ਦੀ ਇੱਛਾ ਹੈ, ਕਦੋਂ ਉਹ ਪੂਰੀ ਕਰੋਗੇ। ਹੁਣ ਜਿੱਥੋਂ ਤੱਕ ਰਾਜਨੀਤੀ ਦਾ ਤਾਲੁਕ ਹੈ, ਉਹ ਤਾਂ ਸਾਡੇ ਮੇਰੇ ਵੀਰ ਸਾਹਾਂ ਦੇ ਵਿੱਚ ਸਿਰਫ ਜੇ ਕੋਈ ਇਸ ਵੇਲੇ ਨਿਕਲਦਾ ਹੈ ਤਾਂ ਉਹ ਰਾਜਨੀਤੀ ਨਿਕਲਦੀ ਹੈ। ਸੌਂਦੇ ਵੀ ਅਸੀਂ ਰਾਜਨੀਤੀ ਹੈ, ਜਾਗਦੇ ਵੀ ਰਾਜਨੀਤੀ ਹੈ। ਔਰ ਮੈਂ ਕੋਈ ਬਾਈ ਵੇ ਆਫ ਕ੍ਰਿਟਿਸਿਜ਼ਮ ਨਹੀਂ ਮੀਡੀਆ ਦੀ ਗੱਲ ਕਰਦਾ, ਮੀਡੀਆ ਵੀ ਇੱਕ ਬਿਲਕੁਲ ਇਹ ਹੈ ਕਿ ਉਹਨਾਂ ਦਾ ਵੈਲਫੇਅਰ ਕਨਸੈਪਟ ਵੀ ਹੈਗਾ। ਥੋੜ੍ਹੀਆਂ ਜਿਹੇ ਚੈਨਲ ਬਚੀਆਂ, NDTV ਵਰਗੇ, ਰਵੀਸ਼ ਕੁਮਾਰ ਵਰਗੇ, ਪੁਰਨਾਏ ਵਰਗੇ, ਜਾਂ ਉਸ ਤੋਂ ਇੱਕ ਤੁਹਾਡੇ ਹੋਰ ਨੇ, ਵਾਜਪਾਈ ਨੇ, ਕਿਸੇ ਪ੍ਰਸੰਨ ਬਾਈ ਸੋਸ਼ਲ ਮੀਡੀਆ ਤੇ ਆ ਗਏ। ਕਿਸ ਚੈਨਲ ਦੇ ਨੇ ਉਹ? ਹੁਣ ਸੋਸ਼ਲ ਮੀਡੀਆ ਤੇ ਆ ਗਏ, ਪਹਿਲਾਂ ਅੱਜ ਤੱਕ ਦੇ ਵਿੱਚ ਸੀਗੇ, ਹੁਣ ਆਪਣਾ ਕਰਦੇ ਆ ਉਹ। ਉਹਨਾਂ ਦੀ ਗੱਲ ਜਾਂ ਦਾ ਵੈਰ ਵਗੈਰਾ ਕੁਝ ਹੋਰ ਹੈਗੇ ਵੀ ਹੈਗੇ ਆ, ਪਰ ਕੁੱਲ ਮਿਲਾ ਕੇ ਨਾ ਬਾਕੀ ਤਾਂ ਸਾਰੇ ਮੈਨੂੰ ਐਂ ਲੱਗਦਾ ਵੀ TRP ਦੇ ਪ੍ਰੋਗਰਾਮ 'ਚ ਹੀ ਉਹ ਵੀ ਬਿਜ਼ੀ TPR। ਦੇਸੀ ਭਾਸ਼ਾ 'ਚ ਇਹਨਾਂ ਨੂੰ ਵਿਕਾਊ ਮਾਲ ਵੀ ਕਹਿ ਦਿੰਦੇ ਨੇ। ਮੈਂ ਤੁਹਾਥੋਂ ਡਰਦਾ ਇਹ ਗੱਲ ਕਹਿੰਦਾ ਨਹੀਂ, ਪਰ ਗੱਲ ਇਹ ਹੈ ਵੀ ਕੁੱਲ ਮਿਲਾ ਕੇ ਸਿਨਾਰੀਓ ਜਿਹੜਾ ਨਾ, ਉਹ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਖੇਤੀ ਨੂੰ ਦੇਖਦੇ ਹਾਂ, ਤੇ ਖੇਤੀ ਤਾਂ ਸਾਡੇ 2000 ਸਨ ਨੂੰ ਜਦੋਂ ਸਦੀ ਪਲਟੀ, ਤਾਂ ਆਪਾਂ ਉਸ ਵੇਲੇ ਜੇ ਆਪਾਂ ਇੱਕ ਇਹ ਗੱਲ ਮੰਨ ਲਈਏ ਕਿ ਸਦੀ ਪਲਟਣ ਦੇ ਤੋਂ ਜਵਾਨੀ, ਕਿਸਾਨੀ ਅਤੇ ਜਵਾਨੀ ਇਜ਼ ਰਿਲੇਟਡ ਟੂ ਕਿਸਾਨੀ। ਕਿਉਂ? ਜਿਹੜਾ ਕਿਸਾਨ ਦਾ ਪੁੱਤ ਹੈ ਨਾ, ਉਹ ਜਿਹੜਾ ਯੂਥਫੁਲ ਡੇਜ਼ ਦੇ ਵਿੱਚ ਉਹ ਜਵਾਨੀ ਹੈ, ਅਤੇ ਜਦੋਂ ਉਹਦਾ ਪਿਓ ਦੀ ਹਾਲਤ ਖੁਦਕੁਸ਼ੀਆਂ ਤੱਕ ਪਹੁੰਚ ਗਈ, ਅਤੇ ਮੁੰਡੇ ਨੂੰ ਅੱਗੇ ਅਸੀਂ ਡਿਗਰੀਆਂ ਪਹਿਲੀ ਗੱਲ ਤਾਂ ਦਿੱਤੀਆਂ ਨਹੀਂ, ਜੇ ਦਿੱਤੀਆਂ ਤਾਂ ਕਿੱਤਾਮੁਖੀ ਨਹੀਂ ਦਿੱਤੀਆਂ, ਕਿੱਤਾਮੁਖੀ ਨਹੀਂ ਦਿੱਤੀਆਂ, ਅਤੇ ਉਸ ਦੇ ਨਾਲ ਬੇਰੁਜ਼ਗਾਰੀ ਇੰਨੀ ਵਧੀ, ਉਸ ਦਾ ਦੋ ਹੀ ਉਹਦੇ ਕੋਲ ਹੱਲ ਰਹਿ ਗਏ, ਜਾਂ ਤਾਂ ਉਹ ਨਸ਼ਿਆਂ ਵੱਲ ਨੂੰ ਤੁਰ ਜੇ ਆਪਣਾ ਜ਼ਿੰਦਗੀ ਦਾ ਨਿਭਾਉਣ ਲਈ, ਐਸਕੇਪਿਜ਼ਮ ਭੱਜ ਲੇ, ਜਾਂ ਉਹ ਬਾਹਰਲੇ ਮੁਲਕਾਂ ਨੂੰ ਨਿਕਲ ਜੇ। ਅੱਗੇ ਸਿਤਮ ਇਹ ਕਿ ਸਾਡੀਆਂ ਆਪਣੀਆਂ ਸਰਕਾਰਾਂ, ਸਾਡੇ ਆਪਣੇ ਉਹ ਲੋਕ ਜਿਹੜੇ ਕਿਸੇ ਨੂੰ ਅਸੀਂ ਕਿਸੇ CM ਨੂੰ ਤਾਇਆ ਜੀ ਕਹਿ ਸਕਦੇ ਹਾਂ, ਕਿਸੇ CM ਨੂੰ ਚਾਚਾ ਜੀ ਕਹਿ ਸਕਦੇ ਹਾਂ, ਆਪਣੇ ਹੀ ਹੈ ਨਾ CM ਬਾਦਲ ਸਾਹਿਬ ਹੋਰੀ ਅਤੇ ਕੈਪਟਨ ਅਮਰਿੰਦਰ ਸਿੰਘ ਹੋਰੀ, ਕੋਈ ਤਾਇਆ ਹੋਊਗਾ, ਕੋਈ ਚਾਚਾ ਹੋਊ, ਆਪਣੇ ਮਾਤਾ ਪਿਤਾ ਦੇ ਉਮਰ ਦੇ ਲਿਹਾਜ਼ ਨਾਲ, ਆਪਣੇ ਪੇਰੈਂਟਸ ਦੀ ਉਮਰ ਦੇ ਲਿਹਾਜ਼ ਨਾਲ। ਇਹਨਾਂ ਲੋਕਾਂ ਨੇ ਵੀ ਐਡਹੌਕਿਜ਼ਮ ਹੀ ਕੀਤਾ। ਐਡਹੌਕਿਜ਼ਮ ਕੀ ਹੈ ਕਿ ਸਬਸਿਡੀਆਂ 'ਤੇ ਲਾ ਦਿਓ। ਇਹ ਜਿਹਨੂੰ ਆਤਮ ਨਿਰਭਰਤਾ ਦੀ ਅੱਜ ਤੁਸੀਂ ਗੱਲ ਕਰਦੇ ਹੋ, ਇਹ ਤਾਂ 20 ਸਾਲ ਪਹਿਲਾਂ ਜੋ ਖੁਦਕੁਸ਼ੀਆਂ ਕਰਨ ਲੱਗ ਪਏ ਸੀ, ਉਦੋਂ ਇੱਕ ਸਟੇਜ ਆ ਗਈ ਸੀ। ਗ੍ਰੀਨ ਰੈਵੋਲੂਸ਼ਨ ਦੇ ਵਿੱਚ ਇੱਕ ਭਬਕਾ ਵੱਜਿਆ ਸੀ, ਅਤੇ ਲੱਗਾ ਸੀ ਵੀ ਇਹ ਨਾ ਸਾਹ ਪੈ ਗਏ ਹੈ ਮਰੀਜ਼ ਦੇ ਵਿੱਚ, ਇਹਦੀ ਉਮਰ ਵੱਧ ਗਈ ਹੈ। ਪਰ ਅਸਲ ਦੇ ਵਿੱਚ ਕੀ ਹੋਇਆ ਕਿ ਉਸ ਗ੍ਰੀਨ ਰੈਵੋਲੂਸ਼ਨ ਦੇ ਫਿਰ ਜਿਹੜੇ ਨੈਗੇਟਿਵ ਇਫੈਕਟ ਸੀ, ਓਵਰ ਯੂਜ਼ ਆਫ ਲੈਂਡ, ਜ਼ਮੀਨ ਦਾ ਓਵਰ ਯੂਜ਼ ਆਫ ਫਰਟੀਲਾਈਜ਼ਰ, ਪੈਸਟੀਸਾਈਡਸ, ਕੁੱਲ ਮਿਲਾ ਕੇ ਉਹਨਾਂ ਦਾ ਫਿਰ ਇਹ ਕੰਮ ਬਣਿਆ ਕਿ ਸਵਾਮੀਨਾਥਨ ਦੀ ਜੇ ਰਿਪੋਰਟ ਦੀ ਇੱਕ ਲਾਈਨ ਪੜ੍ਹ ਲਓ ਤਾਂ ਉਹਦੇ ਮੁਤਾਬਕ ਅੱਜ ਦੀ ਡੇਟ ਦੇ ਵਿੱਚ ਤੁਹਾਡੀ ਕਣਕ ਦਾ ਭਾਅ 7000 ਰੁਪਏ ਕੁਇੰਟਲ ਹੋਣਾ ਚਾਹੀਦਾ। ਅਤੇ ਤੁਸੀਂ ਹਜੇ ਤੱਕ ਕਿਤੇ 1900 ਅਤੇ 1900 2000 ਦੇ ਗੇੜਿਆਂ 'ਚ ਹੀ ਤੁਰੇ ਫਿਰਦੇ ਹੋ। ਦੂਜੇ ਪਾਸੇ ਮੈਨੂੰ ਇੱਕ ਦਿਨ ਬੈਠੇ ਬੈਠੇ ਨੂੰ ਜਦੋਂ ਸਰਵਿਸ ਸ਼ੁਰੂ ਕੀਤੀ 1974 ਵਿੱਚ, ਤਾਂ ਉਸ ਵੇਲੇ ਗੱਡੀ ਦੇ ਡੀਜ਼ਲ ਦਾ ਮੈਨੂੰ ਖਿਆਲ ਆਇਆ 2 ਰੁਪਏ 2.5 ਰੁਪਏ ਲੀਟਰ ਹੁੰਦਾ ਸੀ, ਅਤੇ ਹੁਣ ਡੀਜ਼ਲ ਹੋਰ 80 ਰੁਪਏ ਨੂੰ ਪਹੁੰਚੇ ਪਏ। ਅੱਛਾ, ਇਹਦੇ ਵਿੱਚ ਇੱਕ ਹੋਰ ਸਵਾਲ ਹੈ। ਜਿਸ ਤਰ੍ਹਾਂ ਕੇਂਦਰ ਦੇ ਮੰਤਰੀ ਕਹਿ ਰਹੇ ਨੇ ਜਾਂ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਜਿਹੜਾ ਸਟੇਟਾਂ ਨੂੰ ਟੈਕਸ ਜਾਂਦਾ ਹੈ ਉਹ ਕਿਸਾਨਾਂ ਦੀ ਆਮਦਨੀ ਦੇ ਰੂਪ ਵਿੱਚ ਹੋ ਜਾਏਗਾ, ਅਤੇ ਕਿਸਾਨਾਂ ਨੂੰ ਰੇਟ ਵੱਧ ਮਿਲ ਜਾਏਗਾ, ਉਹ ਵੱਧੋ ਵੱਧ 5-7 ਰੁਪਏ ਫਰਕ ਪਏਗਾ ਕੁਆਂਟਲ ਮਗਰ।
ਜੇ ਸਰਕਾਰ ਚਾਹੇ ਕਿਸਾਨ ਹਿਤੈਸ਼ੀ ਹੋਣ ਦਾ ਜੋ ਦਿਖਾਵਾ ਕਰਦੀ ਹੈ, ਤੁਸੀਂ ਵੈਸੇ ਹੀ 200-400 ਰੁਪਏ ਕਣਕ ਦਾ ਰੇਟ ਹੀ ਵਧਾ ਦਿਓ। ਜੇ ਕਿਸਾਨਾਂ ਦਾ ਇਸ ਗੱਲ ਕਰਕੇ ਤੁਸੀਂ ਕਹਿ ਰਹੇ ਹੋ ਕਿ ਅਸੀਂ 3 ਬਿੱਲ ਲੈ ਕੇ ਆਂਦੇ ਆ ਕਿ ਕਿਸਾਨਾਂ ਨੂੰ ਫਸਲ ਦੀ ਕੀਮਤ ਚੰਗੀ ਮਿਲੂ, ਕੀਮਤ ਤਾਂ ਸਰਕਾਰ ਵਧਾ ਹੀ ਸਕਦੀ ਹੈ। ਨਹੀਂ, ਆਪਾਂ ਇੱਕ ਤਾਂ ਖੋਖਰ ਜੀ ਤੁਹਾਡੀ ਜਿਹੜੀ ਗੱਲ ਹੈ ਨਾ, ਮੈਂ ਸ਼ੁਰੂ 'ਚ ਹੀ ਕਹਿ ਚੁੱਕਾ ਕਿ ਕਿਉਂਕਿ ਤੁਸੀਂ ਵੀ ਤਰਜਮਾਨੀ ਹੀ ਕਰ ਰਹੇ ਹੋ ਕਿਸਾਨੀ ਦੀ, ਮੈਂ ਵੀ ਉਹੀ ਕਰ ਰਿਹਾ। ਆਪਣੇ ਸ਼ਬਦਾਂ ਦਾ ਹੇਰ-ਫੇਰ ਹੈ, ਕੋਈ ਤੱਥਾਂ ਦਾ ਤੁਹਾਡਾ ਗਿਆਨ ਹੈ, ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਐਕਸਪ੍ਰੈਸ ਕਰ ਰਹੇ ਹੋ, ਮੈਂ ਕਿਸ ਤਰ੍ਹਾਂ ਨੈਰੇਟਿਵ 'ਚ ਲੈ ਕੇ ਆਉਣਾ। ਪਰ ਅਸਲੀ ਕਹਾਣੀ ਮੈਂ ਜਿਹੜੀ ਕਹਿ ਰਿਹਾ ਉਹ ਇਹ ਹੈ ਕਿ ਗ੍ਰੀਨ ਰੈਵੋਲਿਊਸ਼ਨ ਤੋਂ ਬਾਅਦ ਇੱਕ ਸਟੇਜ ਆਈ ਜਦੋਂ ਤੁਹਾਡਾ ਜ਼ਿਮੀਂਦਾਰ ਦਾ ਖਰਚ ਰੁਪਈਆ, ਆਮਦਨ 98, ਔਰ ਉਹ ਖਰਚ ਰੁਪਈਆ ਆਮਦਨ 98 ਚੱਲਦੇ ਚੱਲਦੇ ਹੁਣ ਜਿਹੜੀ ਹੈ ਆਮਦਨ 98 ਹੈ ਅਤੇ ਖਰਚ 2 ਰੁਪਏ ਹੋਇਆ ਪਿਆ। ਤੇ ਖੁੱਲੀ ਮੰਡੀ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਜੀ, ਹੋਰ ਦੇਸ਼ਾਂ 'ਚ ਵੀ ਜਿੱਥੇ ਵਰਤਾਰਾ ਚੱਲਿਆ, ਖੁੱਲੀ ਮੰਡੀ ਦਾ ਦਿਖਾਂਤ ਹੀ ਇਹ ਆ, ਬੰਦੇ ਦੀ ਇਨਕਮ ਵੱਧ ਜਾਂਦੀ, ਖੁਸ਼ ਹੋ ਜਾਂਦਾ, ਪਰ ਜਿਹੜੇ ਖਰਚੇ ਵੱਧਦੇ ਨੇ ਉਹ ਜ਼ਿਆਦਾ ਸੱਟ ਪੈਂਦੀ ਹੈ। ਖਰਚੇ ਇੰਨੇ ਵੱਧ ਜਾਂਦੇ ਆ ਕਿ ਬੰਦਾ ਬਿਲਕੁਲ ਇਹ ਲੱਗਦਾ ਕਿ ਯਾਰ ਮੇਰੀ ਕਮਾਈ ਦਾ ਤਾਂ ਕੋਈ ਫਾਇਦਾ ਹੀ ਨਹੀਂ। ਮਤਲਬ ਇਹ ਕਿਤੇ ਖੋਟ ਇਹ ਆ ਮੈਨੂੰ ਲੱਗਦਾ। ਮੈਂ ਭਾਜੀ ਸਾਰੀ ਸਰਵਿਸ 'ਚ ਇੱਕ ਗੱਲ ਸਿੱਖੀ ਹੈ ਕਿ ਇੱਕ ਤਾਂ ਜਿਹੜਾ ਤੁਹਾਡਾ ਮਾਲਕ ਹੈ ਨਾ, ਉਹ ਤੁਹਾਨੂੰ ਤੁਹਾਡੀ ਜਿਹੜੀ ਮਿਹਨਤ ਦਿੰਦਾ ਹੈ, ਤੁਹਾਡੀ ਮਿਹਨਤ ਦੀ ਕਮਾਈ ਜਿਹੜਾ ਦਿੰਦਾ ਹੈ, ਉਹ ਆਪਣੇ ਲਾਭ 'ਚੋਂ ਦਿੰਦਾ ਹੈ, ਆਪਣੇ ਹੱਕ 'ਚੋਂ ਨਹੀਂ ਦਿੰਦਾ, ਆਪਣੀ ਕਮਾਈ 'ਚੋਂ ਨਹੀਂ ਦਿੰਦਾ, ਉਹ ਆਪਣੇ ਲਾਭ 'ਚੋਂ ਦਿੰਦਾ। ਸਰਕਾਰਾਂ ਦਾ ਵੀ ਇਹ ਹਾਲ ਹੀ ਹੈ, ਭਾਵੇਂ ਉਹ ਇਨਕਮ ਟੈਕਸ ਵਾਲੀ ਗੱਲ ਹੈ, ਸਾਰੀ ਉਮਰ ਅਸੀਂ ਤਨਖਾਹ ਲੈਂਦੇ ਰਹੇ, ਅਖੀਰ 13ਵੇਂ ਮਹੀਨੇ ਆ ਕੇ ਇਹਨਾਂ ਨੇ ਜਿੰਨਾ ਤੁਹਾਡੀ ਤਨਖਾਹ ਵਧਾਈ ਹੁੰਦੀ ਹੈ ਨਾ ਬਾਈ ਵੇ ਆਫ ਇਨਕਰੀਮੈਂਟ ਡੀਏਸ, ਉਹ ਕੱਟੀ ਜਾਂਦੀ ਹੈ ਜ਼ਿਮੀਂਦਾਰਾਂ ਦੇ ਨਾਲ। ਉਹਨਾਂ ਦੇ ਇਨਪੁਟਸ ਦੇ ਵਿੱਚ ਉਹ ਵਧਾਇਆ ਜਿਹੜਾ ਹੁੰਦਾ ਉਹ ਨਹੀਂ ਕੱਟਿਆ ਜਾਂਦਾ, ਉਸ ਦਾ ਹੋਰ ਚੱਕ ਭਰਿਆ ਜਾਂਦਾ ਹੈ। ਕਰਦੇ ਕਰਦੇ ਫਿਰ ਜ਼ਿਮੀਂਦਾਰ ਅੱਡੀਆਂ ਚੁੱਕ ਕੇ ਫਾਹਾ ਲੈਣ ਲੱਗ ਪੈਂਦਾ। ਅੱਗੇ ਬਹਿਸ ਇਹ ਹੈ ਕਿ ਜੀ ਜ਼ਿਮੀਂਦਾਰ ਵੀ ਕਿਹੜਾ ਸਿਆਣਾ ਹੈ, ਉਹਨੇ ਵੀ ਕਦੇ ਕਦੋਂ ਇਕਨੋਮਿਕਲ ਖੇਤੀ ਕਰਨ ਦਾ ਫਾਰਮੂਲਾ ਸਿੱਖਿਆ, ਉਸ ਨੇ ਵੀ ਕਦੋਂ ਵਿਭਿੰਨਤਾ ਲਿਆਂਦੀ ਹੈ ਜਿਹੜੀ ਡਾਈਵਰਸੀਫਿਕੇਸ਼ਨ ਹੈ। ਪਰ ਮੈਂ ਕਹਿੰਦਾ ਕਿ ਡਾਈਵਰਸੀਫਿਕੇਸ਼ਨ ਵਾਲੇ ਪਾਸੇ ਗ੍ਰੀਨ ਰੈਵੋਲਿਊਸ਼ਨ ਤੋਂ ਬਾਅਦ ਜਿਹੜੇ ਐਫਰਟਸ ਹੋਏ, ਉਹ 'ਚ ਗੰਨਾ, ਮੈਂ MD ਸ਼ੂਗਰ ਫੈਡ ਵੀ ਰਿਹਾ, ਉਹਦਾ ਅੱਜ ਦੀ ਡੇਟ 'ਚ ਜੋ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਮੈਂ ਸਰਵਿਸ ਤੋਂ ਬਾਹਰ ਹੋਏ ਨੂੰ 12 ਸਾਲ ਹੋ ਗਏ, ਤਾਂ ਮੈਂ ਤੁਹਾਨੂੰ ਇਹ ਕਹਿੰਦਾ ਉਹਦਾ 200 ਕਰੋੜ ਰੁਪਇਆ ਹਜੇ ਵੀ ਪੰਜਾਬ ਸਰਕਾਰ ਦਾ ਅੱਜ ਦੀ ਡੇਟ 'ਚ ਜਦੋਂ ਆਪਾਂ ਗੱਲ ਕਰ ਰਹੇ ਹਾਂ ਬਕਾਇਆ ਹੋਏਗਾ। ਅੱਛਾ, ਤਾਂ ਕਿਵੇਂ ਡਾਈਵਰਸੀਫਿਕੇਸ਼ਨ ਹੋਊ ਜਦੋਂ ਜ਼ਿਮੀਂਦਾਰ ਨੂੰ ਪਿਛਲੀਆਂ 5 ਫਸਲਾਂ ਦਾ ਅਜੇ ਤੱਕ ਬਕਾਇਆ ਪਿਆ, 4 ਫਸਲਾਂ ਦਾ ਬਕਾਇਆ ਪਿਆ, ਉਹ ਡਾਈਵਰਸੀਫਿਕੇਸ਼ਨ ਕਿੱਥੇ ਜਾਊਗੀ? ਕਹਿਣ ਦਾ ਮਤਲਬ ਇਹ ਹੈ ਕਿ ਜੇ ਸਦੀ ਪਲਟੀ 2000 ਸਨ ਲੈ ਲਈਏ, ਉਦੋਂ ਤੋਂ ਲੈ ਕੇ ਨਾ ਸਟੇਟ ਗੌਰਮੈਂਟਸ ਨੇ ਨਾ ਸੈਂਟਰ ਨੇ ਐਡਹੌਕਿਜ਼ਮ 'ਚੋਂ ਨਹੀਂ ਨਿਕਲੇ, ਕਿਤੇ ਵੀ ਸੀਰੀਅਸ ਹੋ ਕੇ ਕੰਸਨਟਰੇਟਡ ਅਤੇ ਕੰਸਿਸਟੈਂਟ ਐਫਰਟ ਨਹੀਂ ਹੋਇਆ ਕਿ ਜ਼ਿਮੀਂਦਾਰ ਦੀ ਹਾਲਤ ਸੁਧਾਰੀ ਜਾਵੇ, ਕਿਸਾਨੀ ਦੀ ਹਾਲਤ ਸੁਧਾਰੀ ਜਾਵੇ। ਉਹ ਐਫਰਟ ਨਾ ਹੋਣ ਕਰਕੇ ਪੀਸ ਮੀਲ, ਕਦੇ ਉਹਨੂੰ ਬਿਜਲੀ ਦੇ ਨਾਂ 'ਤੇ ਫਰੀ ਪਾਵਰ ਦੇ ਦੀ, ਆਕਸੀਜਨ ਲਾਤੀ, ਕਿਤੇ ਉਸ ਨੂੰ ਸਬਸਿਡੀ ਦੇ ਕੇ ਅਤੇ ਉਹਨੂੰ ਸਾਹ ਜੇ ਉਹਦੇ ਫੇਰ ਬਚਾ ਲਏ। ਤਾਂ ਕੋਈ ਰੈਗੂਲਰ ਨਾ ਹੋਣ ਕਰਕੇ ਆਹ ਜਿਹੜਾ ਹੋਣ ਵਾਲਾ ਕੰਮ ਹੋਇਆ, ਇਹ ਤਾਂ ਬਿਲਕੁਲ ਫਿਰ ਉਹੀ ਹੋਇਆ ਕਿ ਉਸ ਨੂੰ ਉਹ ਮਰਨ ਕਿਨਾਰੇ ਹੈ ਅਤੇ ਇਹ ਉਸ ਨੂੰ ਓਲੰਪਿਕ ਜਾਂ ਏਸ਼ੀਆ ਖੇਡਾਂ ਵਿੱਚ ਲਿਜਾਣਾ ਚਾਹੁੰਦੇ ਆ। ਇਹਦੇ ਵਿੱਚ ਨਾਲ ਇਹ ਗੱਲ ਆ ਰਹੀ ਹੈ, ਨਹੀਂ ਇਹਦੇ ਏਸ਼ੀਅਨ ਗੇਮਾਂ ਦੀ ਗੱਲ, ਨਹੀਂ ਉਹ ਏਸ਼ੀਅਨ ਗੇਮਾਂ ਦੀ ਆਪਾਂ ਬਾਅਦ 'ਚ ਕਰਾਂਗੇ। ਇਹਦੇ ਨਾਲ ਇੱਕ ਹੋਰ ਗੱਲ ਜੁੜੀ ਹੋਈ ਹੈ, ਉਹ ਇਹ ਹੈ ਕਿ ਆਪਾਂ ਕਹਿ ਰਹੇ ਹਾਂ ਕਿ ਕਾਰਪੋਰੇਟ ਜਗਤ ਦੇ ਫਾਇਦੇ ਵਾਸਤੇ 3 ਕਾਨੂੰਨ ਲੈ ਕੇ ਆਉਂਦੇ ਨੇ। ਕਾਰਪੋਰੇਟ ਜਗਤ ਨੂੰ ਕੀ ਫਾਇਦਾ ਹੋਏਗਾ ਇਹਨਾਂ 3 ਕਾਨੂੰਨਾਂ 'ਚੋਂ? ਇਹ ਵੀ ਥੋੜ੍ਹਾ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਦੱਸ ਦਿਓ। ਨਹੀਂ, ਉਹ ਤਾਂ ਜਦੋਂ ਇਹਨਾਂ ਨੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਨਾਲ ਇਹਨਾਂ ਦੇ ਜਿਹੜੇ ਐਗਰੀਮੈਂਟ ਨੇ, ਮੁਆਹਦੇ ਨੇ, ਜਾਂ ਉਹਨਾਂ ਦੇ ਜਿਹੜੀਆਂ ਕੰਡੀਸ਼ਨਸ ਨੇ, ਉਦੋਂ ਪਹਿਲਾਂ ਗੈਟ ਦੀਆਂ ਕੰਡੀਸ਼ਨ ਸੀ, ਕਿਹਾ ਤਾਂ ਉਹੀ ਜਾਂਦਾ ਕਿ ਅਸੀਂ ਜੇ ਉਹ ਨਹੀਂ ਪੂਰੀਆਂ ਕਰਦੇ ਤਾਂ ਉਹ ਸਾਨੂੰ ਆਪਣਾ ਹਿੱਸਾ ਹੀ ਨਹੀਂ ਸਮਝਦੇ, ਦੁਨੀਆ ਵਾਲੇ ਆਪਣੇ ਵਪਾਰ ਦਾ ਹਿੱਸਾ ਨਹੀਂ ਸਮਝਦੇ। ਪਰ ਇੱਥੇ ਤਾਂ ਮਸਲਾ ਇਹ ਹੈ ਕਿ ਜਿਸ ਨੂੰ ਤੁਸੀਂ ਟਰੇਡ ਕਹਿੰਦੇ ਹੋ, ਆਹ ਹੁਣ ਐਕਟ ਦੇ ਵਿੱਚ ਵੀ ਤਾਂ ਇਹ ਨਾ ਵੀ ਇਹਨੂੰ ਟਰੇਡ ਕਹਿ ਤਾ, ਉਹ ਇਹ ਤਾਂ ਸਦੀਆਂ ਤੋਂ ਗੁਜ਼ਰਾਨ ਹੈ। ਤੁਸੀਂ ਕਹਿੰਦੇ ਹੋ ਕਿ ਇੱਕ ਕਾਰਪੋਰੇਟ ਵਰਲਡ ਦਾ ਬੰਦਾ ਆਊਗਾ, ਮੇਰੇ ਵਰਗਾ ਐਬਸੈਂਟੀ ਲੈਂਡਲਾਰਡ ਹੋਊਗਾ, ਉਹਦੀ ਜ਼ਮੀਨ 10-15 ਕਿੱਲੇ ਮੇਰੀ ਪਿੰਡ ਹੈਗੀ ਹੈ, ਅੱਜ ਮੈਂ ਕਿਸੇ ਮੁਜ਼ਾਹਰੇ ਤੋਂ ਖੇਤੀ ਕਰਵਾ ਰਿਹਾ, ਆਪਣੇ ਕਿਸੇ ਭੈਣ ਭਾਈ ਤੋਂ ਖੇਤੀ ਕਰਵਾ ਰਿਹਾ,
ਤਾਂ ਕੱਲ੍ਹ ਨੂੰ ਮੈਨੂੰ ਕੋਈ ਇੱਕ ਤੁਹਾਡੇ ਵਰਗਾ ਬੰਦਾ ਮਿਲੂਗਾ, ਉਹ ਕਹਿੰਦਾ ਜੀ ਮੈਂ CEO ਹਾਂ ਅਤੇ ਲਿਆਓ ਤੁਸੀਂ ਮੈਨੂੰ ਜ਼ਮੀਨ ਦਿਓ, 25-30 ਸਾਲ ਲਈ ਉਹ ਤੁਹਾਡੀ ਜ਼ਮੀਨ ਲੈ ਲਏਗਾ। ਇਹ ਐਫਰਟ ਪਿਛਲੇ 10 ਸਾਲਾਂ ਤੋਂ ਚੱਲ ਰਹੀ ਹੈ ਔਰ ਜ਼ਿਮੀਂਦਾਰ ਵੀ ਇਸ ਨੂੰ ਲਾਹੇਵੰਦ ਸਮਝ ਕੇ ਉਧਰ ਨੂੰ ਜਾਣਾ ਚਾਹ ਰਿਹਾ ਸੀ। ਮੈਂ ਤੁਹਾਨੂੰ ਮੇਰੀ ਮਿਸਾਲ ਦਿੰਦਾ, ਮੈਨੂੰ ਮੇਰੇ ਬੱਚੇ ਕਹਿੰਦੇ ਵੀ ਪਾਪਾ ਨਾ ਹੁਣ ਤੁਸੀਂ ਖੇਤੀ ਜੋਗੇ ਰਹਿ ਗਏ ਹੋ, ਮੈਂ ਕਦੇ ਜੇ ਮੇਰੇ ਤੁਹਾਡੇ ਸਰੋਤਿਆਂ ਨੂੰ ਯਕੀਨ ਆ ਜੇ, ਕਿਉਂਕਿ ਜਨਾਬਾਂ ਦੇ ਨਾਲ ਮਿਹਨਤ ਜੁੜੀ ਨਹੀਂ ਹੋਈ, ਇਸ ਲਈ ਯਕੀਨ ਕਰਨਾ ਮੁਸ਼ਕਿਲ ਹੈ। ਮੇਰੇ ਪਿਤਾ ਮਰਹੂਮ ਸਰਦਾਰ ਅਜਮੇਰ ਸਿੰਘ ਸਿੱਧੂ 1930 ਦੇ ਗ੍ਰੈਜੂਏਟ ਸੀ, ਭਗਤ ਸਿੰਘ ਦੇ ਕੰਟੈਂਪਰੇਰੀ ਸੀ ਅਤੇ ਦੇਸ਼ ਭਗਤੀ ਉਦੋਂ ਹਵਾ ਦੇ ਵਿੱਚ ਸੀ। ਤਾਂ ਉਹ ਮੈਨੂੰ 10ਵੀਂ ਤੋਂ ਲੈ ਕੇ MA ਤੱਕ, ਜਦੋਂ ਮੈਂ ਅਪ੍ਰੈਲ ਦੇ ਇਮਤਿਹਾਨ ਦੇ ਕੇ ਅਤੇ ਅਗਲੇ ਜੁਲਾਈ ਦੇ ਸੈਸ਼ਨ ਤੱਕ ਆਉਂਦਾ ਸੀ, ਤਾਂ ਉਹ ਮੈਨੂੰ ਖੇਤੀ ਦੇ ਵਿੱਚ ਪਹਿਲਾਂ ਉਹਨਾਂ ਨੇ ਮੈਨੂੰ ਹਾਲੀ ਕੱਢਿਆ ਵੀ ਆਡਾਂ ਸਵਾਰ ਦੇ, ਖਾਲੇ ਸਵਾਰ ਦੇ, ਵੱਟਾਂ ਪਾ ਦੇ, ਸੀਰੀਆਂ ਨਾਲ ਰਲ ਕੇ ਪਵਾ ਦੇ, ਅਤੇ ਅਖੀਰ ਮੇਰੇ ਵੀਰ ਮੈਂ ਨਰਮਾ ਵੀ ਬੀਜਣਾ ਸਿੱਖਿਆ, ਜਿਹੜਾ ਕਿ ਬਹੁਤ ਮੁਸ਼ਕਿਲ ਹੈ। ਸਾਡੇ ਬਠਿੰਡੇ ਵੱਲ ਨਰਮਾ ਹੁੰਦਾ, ਉੱਥੇ ਝੋਨਾ ਤਾਂ ਹੁਣ ਕਿਤੇ ਕੁਛ ਪਿੰਡਾਂ 'ਚ ਹੋਣ ਲੱਗਾ ਜਿੱਥੇ ਪਾਣੀ ਹੈ। ਤਾਂ ਮੈਂ ਉਹ ਜਿਹੜੀ ਖੇਤੀ ਕੀਤੀ ਹੈ, ਅਤੇ ਤੁਹਾਡੇ ਸਰੋਤਿਆਂ ਨੂੰ ਜੇ ਯਕੀਨ ਆ ਜੇ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜਾ ਉਹ ਜ਼ਿਮੀਂਦਾਰ ਹੈ, ਉਸ ਦੇ ਵਿੱਚ ਮੈਨੂੰ ਬੱਚਿਆਂ ਨੇ ਇਹ ਰਾਏ ਦਿੱਤੀ ਵੀ ਆਪਾਂ ਨੂੰ ਸੋਲਰ ਕੋਈ ਕੰਪਨੀ ਹੈਗੀ ਹੈ ਅਤੇ ਉਹ ਆਪਣੀ ਜ਼ਮੀਨ 10-15 ਕਿੱਲੇ ਲੈ ਕੇ 30 ਸਾਲ ਲਈ ਲੈਣੀ ਚਾਹੁੰਦੇ, ਇਹ 3-4 ਸਾਲ ਦੀ ਗੱਲ ਹੈ। ਮੈਂ ਕਿਹਾ ਠੀਕ ਹੈ। ਜਦੋਂ ਉਹਨਾਂ ਦੀ ਪਲਾਨ ਪੜ੍ਹੀ ਅਤੇ ਉਹ ਕਹਿੰਦੇ ਜੀ ਇੱਥੇ ਤਾਂ ਪਲਿੰਥਾਂ ਬਣਾ ਦਿਆਂਗੇ, ਪੱਕੀਆਂ ਸੀਮੈਂਟ ਦੀਆਂ ਬਣਾ ਦੇ। ਮੇਰੇ ਵੀਰ 15 ਕਿੱਲੇ ਪੈੜੀ ਹੈ, ਤਾਂ ਫਿਰ ਮੈਨੂੰ ਤਾਂ ਪਲਿੰਥਾਂ ਮਿਲਣਗੀਆਂ। ਅਤੇ ਜੇ ਮੈਂ ਕਹਾਂ ਵੀ ਉੱਥੇ ਉਹ ਜਿਹੜਾ ਮੇਰਾ ਫੈਮਿਲੀ ਸਿਲਵਰ, ਆਹ ਇੱਕ ਆ ਬੜਾ ਪੁਆਇੰਟ ਹੈ, ਜਿਹੜੀ ਜ਼ਿਮੀਂਦਾਰਾਂ ਦੀ ਰਿਜ਼ੈਂਟਮੈਂਟ ਹੈ ਨਾ, ਉਹਦੇ ਵਿੱਚ ਉਹ ਭੁੱਖਾ ਮਰ ਜੂ ਉਸ ਜ਼ਮੀਨ 'ਤੇ, ਪਰ ਜਿਹੜੀ ਜ਼ਮੀਨ ਉਦੋਂ ਵੇਚੂ, ਜਾਂ ਤਾਂ ਉਹਦੀ ਬਦਕਿਸਮਤੀ ਨੂੰ ਕਿਤੇ ਕਤਲ ਹੋ ਜੂ ਜਾਂ ਕਿਸੇ ਉਹਦੇ ਧੀ ਪੁੱਤ ਦਾ ਵਿਆਹ ਹੋ, ਨਹੀਂ ਤਾਂ ਜ਼ਿਮੀਂਦਾਰ ਛੇਤੀ ਕਿਤੇ ਜ਼ਮੀਨ ਨਹੀਂ ਵੇਚਦਾ। ਅਤੇ ਇਹਦੇ ਵਿੱਚ ਜਿਹੜਾ ਐਕਟ ਬਣੇ ਆ, ਇਹਨਾਂ ਦਾ ਤਾਂ ਅੰਤ ਸ਼ੁਰੂ ਤਾਂ ਇੱਥੋਂ ਜੀ ਹੈ ਵੀ ਤੁਸੀਂ ਤੁਹਾਡੀ ਆਮਦਨ ਦੁੱਗਣੀ ਹੋਈ ਤਿਆਰ ਹੋ, ਅੰਤ ਇਹਨਾਂ ਦੇ ਵਿੱਚ ਪੜ੍ਹ ਕੇ ਦੇਖ ਲਓ। ਅੰਤ ਇਹੀ ਲੱਗਦਾ ਵੀ ਤੁਸੀਂ ਹੁਣ ਨਾ ਉਹਨਾਂ ਜ਼ਮੀਨਾਂ ਦੇ ਮਾਲਕੀ ਨਾਂ ਦੀ ਚੀਜ਼ ਭੁੱਲ ਜਾਓ। ਜੇ 30 ਸਾਲ ਲਈ ਲੀਜ਼ 'ਤੇ ਲੈ ਲਿਆ, ਚਾਹੀਦਾ ਇਹ ਹੈ ਕਿ ਕਿਸਾਨਾਂ ਨੂੰ ਨਵੀਂ ਟੈਕਨੀਕ ਦਿਓ, ਨਵੇਂ ਬੀਜ ਦਿਓ, ਖੇਤੀ ਵਿਭਿੰਨਤਾ ਦੀ ਨੀਤੀ ਦਿਓ ਕਿ ਉਹ ਜਿਹੜਾ ਪ੍ਰੋਫਿਟ ਕਿਸਾਨਾਂ ਨੂੰ ਹੋਵੇ। ਇਸ ਨੀਤੀ ਰਾਹੀਂ ਕਾਰਪੋਰੇਟ ਜਗਤ ਪ੍ਰੋਫਿਟ ਲੈ ਜਾਏਗਾ, ਵਿਦੇਸ਼ਾਂ 'ਚ ਵੀ ਕਿਸਾਨਾਂ ਦੀ ਫਸਲ ਵੇਚੇਗੀ, ਪਰ ਕਿਸਾਨ ਆਪ ਨਹੀਂ ਵੇਚਣਗੇ। ਗੱਲ ਇਹ ਬੜੀ ਸਿੱਧੀ ਹੈ ਕਿ ਜਿਹੜੇ ਮੁਲਕਾਂ ਦੇ ਵਿੱਚ ਮੈਨੂੰ ਪਿੱਛੇ ਜਿਹੇ ਮੈਂ ਆਪਣੇ ਬੇਟੇ ਕੋਲ ਕੈਨੇਡਾ ਜਾ ਕੇ ਆਇਆ, ਜਿਹੜਾ ਕਿ ਮੇਰੀ ਖਾਹਿਸ਼ ਤੋਂ ਬਾਵਜੂਦ ਕਿ ਮੈਂ ਚਾਹੁੰਦਾ ਸੀ ਕਿ ਇੱਥੇ ਰਹੇ, ਇੱਥੇ ਜ਼ਮੀਨ ਹੀ ਸੰਭਾਲ ਲੇ ਜੇ ਕੋਈ ਹੋਰ ਨਹੀਂ ਕਰਨ ਜੋਗਾ, ਅਦਰਵਾਈਜ਼ ਉਹ ਵੀ B.Tech ਸੀ। ਮੇਰੀ ਨੂੰਹ ਰਾਣੀ ਵੀ IT ਦੀ ਗੋਲਡ ਮੈਡਲਿਸਟ ਹੈ। ਤਾਂ ਮੈਂ ਉਹਨਾਂ ਨੂੰ ਚਾਹੁੰਦਾ ਸੀ ਕਿ ਨਾ ਜਾਣ, ਤਾਂ ਜਦੋਂ ਗਿਆ ਤਾਂ ਉਸ ਵੇਲੇ ਮੈਂ ਤੁਹਾਨੂੰ ਹੁਣ ਉਸ ਗੱਲ ਦੀ ਤਰਜਮਾਨੀ ਕਰਦਾ ਕਿ ਮੈਂ 10 ਕਿੱਲਿਆਂ ਦਾ ਮਾਲਕ ਅੱਜ ਜੇ ਚਾਹਵਾਂ ਨਾ ਵੀ ਮੈਂ ਕਾਰਪੋਰੇਟ ਵਰਲਡ ਦਾ ਹਾਣੀ ਹੋ ਜਾਊਂਗਾ, ਇੰਪੋਸੀਬਲ। ਕਹਾਣੀ ਤਾਂ ਇਹ ਹੈ ਕਿ ਮੈਨੂੰ ਉਸ ਉਹਨਾਂ ਕੁਆਲੀਫਾਈ ਕਰਨ ਜੋਗਾ ਤਾਂ ਮੈਨੂੰ ਕਾਇਮ ਕਰ ਲਓ, ਮੈਨੂੰ ਉਹਨਾਂ ਕੁ ਤਾਂ ਤਗੜਾ ਕਰ ਲਓ, ਉਹਨਾਂ ਕੁ ਤਾਂ ਮੈਨੂੰ ਡਾਈਵਰਸੀਫਿਕੇਸ਼ਨ ਸਿਖਾ ਦਿਓ, ਮੈਨੂੰ ਟਮਾਟਰ ਲਾਉਣੇ, ਮੈਨੂੰ ਮਟਰ ਲਾਉਣੇ ਸਿਖਾ ਤਾਂ ਦਿਓ, ਉਸ ਪਾਸੇ ਮੈਨੂੰ ਉੱਥੇ ਇਨਸੈਂਟਿਵ ਦੇ ਕੇ ਮੈਨੂੰ ਉਧਰ ਮੋੜ ਤਾਂ ਲਓ। ਕਹਾਣੀ ਤਾਂ ਇਹ ਹੈ ਕਿ ਬਸ ਗੱਲ ਮੁੱਕੀ ਵੀ ਤੁਸੀਂ ਮਰਨ ਕਿਨਾਰੇ ਸੀ ਅਤੇ ਉਹਨਾਂ ਨੇ ਕਿਹਾ ਜੀ ਵੀ ਤੁਹਾਨੂੰ ਅਸੀਂ ਨਾ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਭੇਜਣਾ, ਕਿਉਂਕਿ ਕਿਸੇ ਵੇਲੇ ਤੁਸੀਂ ਕਿਸਾਨ ਅੰਨਦਾਤਾ ਸੀ ਜੀ, ਕਿਸੇ ਵੇਲੇ ਗ੍ਰੀਨ ਰੈਵੋਲਿਊਸ਼ਨ ਦਾ ਪ੍ਰੋਡਿਊਸਰ ਸੀ। ਤਾਂ ਕਹਾਣੀ ਇਹ ਹੈ ਕਿ ਹਮ ਵਫਾ ਲਿਖਤੇ ਰਹੇ, ਉਹ ਦਗਾ ਪੜ੍ਹਤੇ ਰਹੇ ਮੇਰੇ ਵੀਰ। ਠੀਕ ਹੈ। ਹੁਣ ਆਪਾਂ ਜਿਹੜਾ ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ ਤਾਂ ਕਹਾਉਂਦੇ ਨਹੀਂ ਲੋਕ ਉਹਨੂੰ, ਹੁਣ ਖੱਟਰ ਕਹਿਣ ਲੱਗ ਗਏ। ਉਹਨਾਂ ਨੇ ਬੜੀਆਂ ਰੁੱਕਾਂ ਲਾਈਆਂ, ਸੜਕਾਂ ਵੀ ਪੁੱਟ ਦਿੱਤੀਆਂ, ਅਥਰੂ ਵੀ ਚਲਾਇਆ। ਅਤੇ ਖੱਟਰ ਕੀ ਹੁੰਦਾ? ਉਹਨੂੰ ਖੱਟਰ ਕੋਈ ਸਬ ਕਾਸਟ ਹੋਣੀ ਜਿਹਨੂੰ ਆਪਾਂ ਗੋਤ ਕਹਿ ਦਿੰਦੇ ਹਾਂ। ਹੁੰਦਾ ਤਾਂ ਇਹ ਸਬ ਕਾਸਟ ਹੈ। ਹਾਂ ਠੀਕ ਹੈ। ਖੱਟਰ ਉਹ ਹੁੰਦਾ ਜਿਹੜਾ ਸਿਰੇ ਦਾ ਚਲਾਕ ਬੰਦਾ ਹੋਵੇ, ਉਹਨੂੰ ਆਪਣੇ ਪਿੰਡਾਂ 'ਚ ਖੱਟਰ ਕਹਿੰਦੇ। ਬਿਲਕੁਲ। ਇਹ ਫਿਰ ਭਜਨ ਲਾਲ ਦੇ ਰਾਹ 'ਤੇ ਕਿਉਂ ਚੱਲੇ? ਮਤਲਬ ਇਹਦੇ ਨਾਲ ਕੀ ਰਿਲੇਸ਼ਨ ਆ 1982 ਦਾ ਅਤੇ ਅੱਜ ਦਾ? ਇਹ ਹਿਸਟਰੀ ਦੀ ਵਿਡੰਬਣਾ ਹੈ
ਕਿ 1982 ਦੇ ਵਿੱਚ ਇਸੇ ਤਰ੍ਹਾਂ ਹੀ ਰਸਤੇ ਰੋਕੇ ਗਏ। ਇਸ ਸਕੇਲ 'ਤੇ ਨਹੀਂ ਰੋਕੇ ਗਏ ਸੀ। ਉਦੋਂ ਉਹ ਰੌਲਾ ਪੈ ਗਿਆ ਵੀ ਸਿੱਖਾਂ ਨੂੰ ਇਹ ਜਿਹੜੇ ਹੈਗੇ ਆ ਉਗਰਵਾਦੀ ਟਾਈਪ ਬੰਦੇ ਆ, ਇਹਨਾਂ ਨੂੰ ਜਾਣ ਨਹੀਂ ਦੇਣਾ। ਸਾਡੇ 1-2 IAS ਵੀ ਉਹਦੇ 'ਚ ਜਾਂ ਵੱਡੇ ਅਫਸਰ ਹੋਰ ਵੀ ਫਸੇ, ਆਰਮੀ ਦੇ ਅਫਸਰ ਵੀ ਰੋਕੇ, ਸਾਡੇ IAS ਸੀਨੀਅਰ ਸੈਕਟਰੀ ਰੈਂਕ ਦੇ ਬੰਦੇ ਰੋਕੇ ਗਏ, ਜਿਸ ਕਰਕੇ ਰੌਲਾ ਪੈ ਗਿਆ। ਨਹੀਂ ਤਾਂ ਜੇ ਤੂੰ ਮੈਂ ਰੋਕਦੇ ਤਾਂ ਕੋਈ ਨਹੀਂ ਦੇਖਦਾ ਵੀ ਤੇਰਾ ਮਰੀਜ਼ ਦਿੱਲੀ ਨੂੰ ਜਾਂਦਾ ਰੁਕ ਗਿਆ ਜਾਂ ਤੂੰ ਏਅਰਪੋਰਟ 'ਤੇ ਜਾਂਦਾ ਰੁਕ ਗਿਆ, ਕਿਸੇ ਨੇ ਨਹੀਂ ਪੁੱਛਣਾ। ਪਰ ਜਿਹੜਾ ਐਤਕੀ ਰੋਕਿਆ, ਐਤਕੀ ਤਾਂ ਐਂ ਰੋਕਿਆ ਵੀ ਜਿਵੇਂ ਸ਼ਾਹ ਮੁਹੰਮਦ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਇਹ ਤਾਂ ਐਤਕੀ ਕਹਾਣੀ ਉਹ ਉੱਥੇ ਲੱਗੀ। ਔਰ ਜਿੱਥੇ ਰਿਪੀਟ ਆਫ ਹਿਸਟਰੀ ਮੇਰੀ ਸਮਝ ਦੇ ਮੁਤਾਬਕ, ਮੈਂ ਜਿੱਥੇ ਲਿਟਰੇਚਰ ਦਾ ਸਟੂਡੈਂਟ ਹੈ, ਇੰਗਲਿਸ਼ ਲਿਟਰੇਚਰ ਦਾ, ਅਤੇ ਉੱਥੇ ਮੈਂ ਹਿਸਟਰੀ ਦਾ ਵੀ MA ਨੂੰ ਹੱਥ ਪਾ ਲਿਆ ਸੀ ਅਤੇ ਕਰ ਲਈ ਸੀ। ਤਾਂ ਮੈਨੂੰ ਉਹਦੇ 'ਚ ਨਾ ਇੱਕ ਲੱਗਦਾ ਹੈ ਕਿ ਜੇ ਸ਼ਾਹ ਮੁਹੰਮਦ ਵਾਲੀ ਗੱਲ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਹਾਲਾਂਕਿ ਉਹ ਸਮੇਂ ਰਣਜੀਤ ਸਿੰਘ ਦਾ ਖੁਦ ਮੁਖਤਿਆਰ ਰਾਜ ਸੀ, ਇੱਥੇ ਤਾਂ ਕੋਈ ਖੁਦ ਮੁਖਤਿਆਰੀ ਵਾਲੀ ਗੱਲ ਹੈ ਹੀ ਨਹੀਂ, ਉਹਦੇ ਲਈ ਤਾਂ ਸਟਰਗਲ ਹੈ। ਤਾਂ ਜਿਹੜਾ ਸਟੇਟ ਅਤੇ ਸੈਂਟਰ ਹੈ, ਉਸ ਦਾ ਜਿਹੜਾ ਸੀਨ ਬਣਿਆ ਨਾ 2 ਦਿਨ ਰੋਕਾ ਰਾਕੀ 'ਤੇ ਇਹ ਚੜ੍ਹ ਕੇ ਗਏ ਆ ਹੜ੍ਹ ਵਾਂਗੂ। ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਮਾੜੀ ਘਟਨਾ ਨਹੀਂ ਹੋਈ, ਨਹੀਂ ਤਾਂ ਇਹ ਜੰਗ ਹਿੰਦ ਪੰਜਾਬ ਦੇ ਹੀ ਸੀ। ਰਹਿ ਗਈ ਜਿਹੜੀ ਉਹ ਏਸ਼ੀਅਡ ਗੇਮਾਂ ਦੀ, ਉਹ ਬਲੌਕਡ ਉਸ ਤੋਂ ਵੀ ਵੱਡਾ। ਅਤੇ ਇਸ ਤੋਂ ਅੱਗੇ ਇੱਕ ਗੱਲ ਜਿਹੜੀ ਮੈਨੂੰ ਹੋਰ ਲੱਗਦੀ ਹੈ ਰਿਪੀਟ ਆਫ ਹਿਸਟਰੀ, ਉਦੋਂ 1982 ਤੋਂ ਫਿਰ ਜਿਹੜਾ 1984 ਤੱਕ ਦਾ ਘਟਨਾਕ੍ਰਮ ਹੈ ਨਾ, ਉਸ ਦੇ ਵਿੱਚ ਦੇਖੋ ਵੀ ਸੈਂਟਰ ਦੇ ਵਿੱਚ ਪਾਵਰ ਉਸ ਵੇਲੇ ਕਾਂਗਰਸ ਸੀ, ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਸਨ, ਪੰਜਾਬ ਦੇ ਉਸ ਵੇਲੇ CM ਸਰਦਾਰ ਦਰਬਾਰਾ ਸਿੰਘ ਸਨ, ਔਰ ਸੈਂਟਰ ਵਿੱਚ ਗਿਆਨੀ ਜ਼ੈਲ ਸਿੰਘ ਹੋਮ ਮਿਨਿਸਟਰ ਸੀ। ਕੁਦਰਤ ਦੀ ਵਿਡੰਬਨਾ, ਹਿਸਟਰੀ ਦੀ ਆਇਰਨੀ ਹੈ, ਆਇਰਨੀ ਆਫ ਹਿਸਟਰੀ, ਇਤਿਹਾਸ ਦਾ ਇੱਕ ਬਾਬ ਹੈ, ਕੋਝਾ ਬਾਬ ਹੈ ਕਿ ਦੋਨੋਂ ਸਰਦਾਰ ਸਿਰੇ ਦੇ ਸਰਦਾਰ ਹੋ ਕੇ ਆਪਣੀ ਜਿਹੜੀ ਇਹਨਾਂ ਦੀ ਖਹਿਬਾਜ਼ੀ ਸੀ, ਉਹਦੇ ਕਰਕੇ ਉਹ ਘਟਨਾਕ੍ਰਮ ਰਨ ਕਰਦਾ ਕਰਦਾ ਤੁਹਾਨੂੰ ਫਿਰ ਪਤਾ ਵੀ 84 ਦੇ ਵਿੱਚ ਕਿੱਥੋਂ ਤੱਕ ਪਹੁੰਚਿਆ ਸੀ। ਅਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਸਾਡੀ ਪੋਲੀਟੀਕਲ ਲੀਡਰਸ਼ਿਪ ਹੈ, ਅਜੇ ਵੀ ਸਹੀ ਅਗਵਾਈ ਨਹੀਂ ਦੇ ਰਹੀ। ਸਹੀ ਅਗਵਾਈ ਇਹ ਹੁੰਦੀ ਹੈ ਵੀ ਇਹ ਆਖਣ ਵੀ ਸਾਡੀਆਂ ਮਿਨਿਸਟਰੀਆਂ ਰਹਿੰਦੀਆਂ ਰਹਿਣ ਨਾ ਰਹਿਣ, ਸਾਡੇ ਆਪਸ ਦੇ ਵਿੱਚ ਪਾਰਟੀਬਾਜ਼ੀ ਦੀਆਂ ਆਉਣ ਵਾਲੀਆਂ ਚੋਣਾਂ 'ਚ 22 ਦੀਆਂ ਦੇ ਵਿੱਚ ਕੀ ਪੋਜੀਸ਼ਨ ਬਣਦੀ ਹੈ ਕੀ ਨਹੀਂ। ਅਸੀਂ ਤਾਂ ਸਿਰਫ ਪੰਜਾਬ ਦੇ ਹਿੱਤ ਵਾਸਤੇ ਅਤੇ ਕਿਸਾਨੀ ਦਾ ਹਿੱਤ, ਕਿਸਾਨੀ ਦਾ ਹਿੱਤ ਹੀ ਪੰਜਾਬ ਦਾ ਹਿੱਤ ਹੈ ਭਾਜੀ। ਕਿਸਾਨੀ ਦੇ ਹਿੱਤ ਤੋਂ ਬਿਨਾਂ ਜੇ ਤੁਸੀਂ ਕਹੋ ਨਾ ਪੰਜਾਬ ਦਾ ਹਿੱਤ ਕਿਤੇ ਹੋਰ ਹੈ, ਤਾਂ ਉਹ ਕਿਤੋਂ ਨਾ ਤੁਹਾਨੂੰ ਲੱਭਣਾ ਨਾ ਲੱਭੇਗਾ। ਠੀਕ ਹੈ। ਅਤੇ ਇਸ ਕਰਕੇ ਮੈਨੂੰ ਇਕੱਲੇ ਨੂੰ ਨਹੀਂ, ਮੇਰੇ ਜਿੰਨੇ ਵੀ ਕੁਲੀਗ ਰਹੇ ਨੇ, ਦੋਸਤ ਰਹੇ ਨੇ ਤੁਹਾਡੇ ਵਰਗੇ ਦੁਨੀਆ ਵਿੱਚ ਜਿਹੜੇ ਇਸ ਵੇਲੇ ਪ੍ਰੈਜ਼ੈਂਟਲੀ ਵਿਚਰ ਰਹੇ, ਅਸੀਂ ਤਾਂ ਹੁਣ ਰਿਟਾਇਰ ਲਾਈਫ 'ਚ ਬੈਠੇ ਹਾਂ, ਸ਼ੁਕਰ ਹੈ ਤੁਸੀਂ ਪੁੱਛਣ ਆ ਗਏ ਹੋ। ਤਾਂ ਇੱਕ ਸਾਰੇ ਲੋਕਾਂ ਦੇ ਵਿੱਚ ਇੱਕ ਚਿੰਤਾ ਹੈ, ਡੂੰਘੀ ਚਿੰਤਾ ਹੈ। ਸਗੋਂ ਜਿੰਨੇ ਮੈਚਿਓਰ ਬੰਦੇ ਹੈ, ਸੀਜ਼ਨ ਬੰਦੇ ਹੈ, ਉਹਨਾਂ ਵਿੱਚ ਇੱਕ ਚਿੰਤਾ ਵਾਲੀ ਇਹ ਗੱਲ ਹੈ ਕਿ ਉਹ ਸਮਝਦੇ ਹੈ ਕਿ ਇਸ ਕਿਸੇ ਨਾ ਕਿਸੇ ਪਾਸੇ ਕਿਤੇ ਇਹੋ ਜਿਹੇ ਵੱਡੇ ਜਿਹੜੇ ਇਕੱਠ ਹੁੰਦੇ ਨਾ। ਮੈਂ ਬੜੀ ਦੇਰ ਐਡਮਿਨਿਸਟ੍ਰੇਟਿਵ ਪੋਸਟਾਂ ਉੱਤੇ ਰਿਹਾ ਅਤੇ ਡਿਪਟੀ ਕਮਿਸ਼ਨਰ ਰਿਹਾ, ਔਰ ਰਿਟਾਇਰ ਮੈਂ ਕਮਿਸ਼ਨਰ ਫਿਰੋਜ਼ਪੁਰ ਅਤੇ ਫਰੀਦਕੋਟ 2 ਡਿਵੀਜ਼ਨਾਂ ਦਾ ਕਮਿਸ਼ਨਰ ਰਿਟਾਇਰ ਹੋਇਆ। ਤਾਂ ਮੈਂ ਸਮਝਦਾ ਕਿ ਜਦੋਂ ਕਿਸਾਨ ਯੂਨੀਅਨਾਂ ਉਦੋਂ ਵੀ ਆਉਂਦੀਆਂ ਹੁੰਦੀਆਂ ਸੀ, ਅਤੇ DC ਕੋਲ ਮੈਂ ਸੱਚ ਬੋਲਣ ਦੀ ਜੁਰਤ ਕਰਨ ਲੱਗਾ। ਪਹਿਲੀ ਗੱਲ ਤਾਂ ਉਹ ਧਰਨਾ ਉਠਾਉਣ ਦਾ ਕੋਈ ਹੋਰ ਚੰਗਾ ਤਰੀਕਾ ਹੋਵੇ ਨਾ ਹੋਵੇ, ਪੋਜ਼ੀਟਿਵ ਅਪਰੋਚ ਹੋਵੇ ਨਾ ਹੋਵੇ, ਤਾਂ DC ਅਤੇ ਪੁਲਿਸ ਵਾਲਿਆਂ ਕੋਲ ਰਲ ਕੇ ਸੱਪ ਛੱਡਣ ਦੀ ਟੈਕਨੀਕ ਹੁੰਦੀ ਹੈ ਵੀ ਜਿੱਥੇ ਇਕੱਠ ਕੀਤਾ ਹੋਵੇ ਨਾ, ਉੱਥੇ ਨਾਅਰੇ ਨੂਰੇ ਵੀ ਵੈਸੇ ਸਾਡੇ ਬੰਦੇ ਵਿੱਚ ਆਪਣੇ ਵੀ ਹੁੰਦੇ ਆ, ਅਤੇ ਉਹ ਬੰਦੇ ਛੱਡ ਕੇ ਅਸੀਂ ਨਾਅਰੇ ਹੀ ਲਵਾ ਦਿੰਦੇ ਹਾਂ, ਹੋਰ ਨਹੀਂ ਤਾਂ ਗੱਲ ਕਿਸਾਨੀ ਦੀ ਹੁੰਦੀ, ਅਤੇ ਉੱਥੇ ਖਾਲਿਸਤਾਨ ਦਾ ਨਾਅਰਾ ਲਵਾ ਦਿਓ ਅਤੇ ਜੂਤ ਪਤਾਣ ਕਰਾ ਦਿਓ। ਅਤੇ ਜੇ ਹੋਰ ਨਹੀਂ ਅਤੇ ਮੈਂ ਫਿਰ ਬੀਤੇ ਸਮੇਂ ਦੀ ਮੁਆਫੀ ਮੰਗ ਕੇ, ਕਿ ਇਹ ਨਹੀਂ ਵੀ ਮੈਂ ਸੱਪ ਛੁਡਵਾ ਤਾ ਸੀ,
ਮੈਂ ਤਾਂ ਉਹਦਾ ਇੱਕ ਰਾਜ਼ ਦੱਸਣ ਲੱਗਾ ਐਡਮਿਨਿਸਟ੍ਰੇਸ਼ਨ ਦਾ, ਵੀ ਕੋਈ ਪਤਾ ਨਹੀਂ, ਭਾਵੇਂ ਅਸੀਂ ਸੱਪ ਦੇ ਜੋਗੀ ਦਾ ਸੱਪ ਲੈ ਕੇ ਨਾ ਜਿਹਦੇ ਦੰਦ ਕੱਢੇ ਹੁੰਦੇ ਆ, ਭਾਵੇਂ ਉਹ ਹੀ ਛੱਡ ਦਈਏ ਤੇ ਰੌਲਾ ਪੈ ਜਾਊਗਾ, ਤੇ ਰੌਲਾ ਜਦੋਂ ਪੈ ਜਾਊਗਾ ਤੇ ਉਦੋਂ ਲਾਠੀ ਚਾਰਜ ਹੋ ਜਾਊ। ਤੇ ਲਾਠੀ ਚਾਰਜ 'ਚ ਤੁਹਾਨੂੰ ਫਿਰ ਪਤਾ ਵੀ ਜਿਹੜਾ ਜੱਟ ਹੈ ਨਾ ਉਹ ਹੱਥੋਂ ਹੱਥੀ ਲੜਾਈ 'ਚ ਪੁਲਿਸ ਨਾਲੋਂ ਤਗੜਾ ਹੁੰਦਾ। ਅੱਛਾ, ਇਹੀ ਮਾਹੌਲ ਬਣਿਆ, ਇਹੀ ਮਾਹੌਲ ਉਹ ਹੁੰਦਾ ਤੇ ਫਿਰ ਬਰਗਾੜੀ ਵਾਲਾ ਕੰਮ ਹੋ ਜਾਂਦਾ। ਬਿਲਕੁਲ, ਮੈਂ ਫਿਰ ਰਿਪੀਟ ਕਰਦਾ, ਲੈਣੇ ਤੇ ਦੇਣੇ ਪੈ ਜਾਂਦੇ ਆ। ਜਿਹੜੀ ਪਬਲਿਕ ਹੈ ਜਾਂ ਜਿਹਨੂੰ ਜੱਟ ਕਹਿੰਦੇ, ਮੈਂ ਸਪਸ਼ਟ ਕਹਿੰਦਾ ਵੀ ਜਿਹੜਾ ਜੱਟ ਹੈ ਇਸ ਲਈ ਕਹਿੰਦਾ, ਕੋਈ ਜਾਤੀਵਾਦ ਨਹੀਂ, ਜਿਹੜਾ ਪਿੰਡਾਂ ਦੇ ਰਹਿਣ ਵਾਲਾ ਨਾ ਬੰਦਾ, ਉਹ ਸਾਡੇ ਪੁਲਿਸ ਵਾਲਿਆਂ ਦੇ ਨਾਲੋਂ ਕਿਤੇ ਤਗੜਾ ਹੁੰਦਾ। ਜੋ ਹੱਥੋਂ ਹੱਥੀ ਤੇ ਡਾਂਗੋ ਡਾਂਗੀ ਦਾ ਚੱਲਦਾ ਨਾ ਕੰਮ ਸ਼ੁਰੂ, ਉਦੋਂ ਉਹ ਜਿਹੜਾ ਬੰਦਾ ਹੈ ਉਹ ਪੁਲਿਸ ਦੇ ਨੂੰ ਛਿੱਤਰ ਫੇਰ ਜਾਂਦਾ, ਤੇ ਉਹਦਾ ਫਿਰ ਇਲਾਜ ਪੁਲਿਸ ਕੋਲ ਇੱਕੋ ਹੀ ਹੈ। ਜਿਵੇਂ ਬਰਗਾੜੀ 'ਚ ਗੋਲੀ ਚੱਲੀ, ਨਾ ਪਤਾ ਲੱਗਦਾ ਕਿੰਨੇ ਚਲਵਾਈ, ਕਿੱਥੋਂ ਚੱਲੀ। ਅੱਛਾ, ਫਿਰ ਚੱਲ ਵੀ ਜਾਂਦੀ, ਜੇ ਕਿਸੇ ਨੇ ਚਲਵਾ ਕੇ ਕਹਿ ਕੇ ਚਲਵਾਈ ਹੋਏ, ਉਹਦਾ ਕੰਟਰੋਲ ਮੈਂ ਬਤੌਰ ਇੰਨੀ ਦੇਰ ਐਡਮਿਨਿਸਟ੍ਰੇਸ਼ਨ ਰਹਿਣ 'ਤੇ ਅੱਜ ਤੱਕ ਜਲ੍ਹਿਆਂਵਾਲੇ ਬਾਗ ਤੋਂ ਲੈ ਕੇ ਹੁਣ ਤੱਕ ਮੈਂ ਕਦੇ ਉਹਦਾ ਕੰਟਰੋਲ ਹੁੰਦਾ ਨਹੀਂ ਦੇਖਿਆ। ਹਾਂ, ਫਿਰ ਕਮਿਸ਼ਨ ਬਹਿੰਦੇ ਆ, ਤੇ ਫਿਰ ਕਦੇ ਕਿਸੇ ਕਮਿਸ਼ਨ ਦਾ ਕੋਈ ਕਿਸੇ ਨਤੀਜੇ 'ਤੇ ਨਹੀਂ ਮੈਂ ਪਹੁੰਚਦਾ ਦੇਖਿਆ। ਤਾਂ ਮੈਂ ਕਹਿੰਦਾ ਵੀ ਉਹ ਸਾਰੇ ਸਿਨਾਰੀਓ 'ਚੋਂ ਇਸ ਵੇਲੇ ਲੀਡਰਸ਼ਿਪ ਨੂੰ, ਭਾਵੇਂ ਉਹ ਕਿਸੇ ਪਾਰਟੀ ਦਾ, ਭਾਵੇਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਹੈ, ਭਾਵੇਂ ਬਾਦਲ ਪਰਿਵਾਰ ਹੈ, ਭਾਵੇਂ ਉਹ ਕੋਈ ਹੋਰ ਗਰੁੱਪ ਨੇ, ਹੋਰ ਪਾਰਟੀਆਂ, ਉਹਨਾਂ ਦਾ ਸਾਰਿਆਂ ਦਾ ਫਰਜ਼ ਬਣਦਾ ਕਿ ਉਹ ਇਹਨਾਂ ਨੂੰ, ਇਹ ਕਿਸਾਨ ਤਾਂ ਲੀਡ ਨਹੀਂ ਲੈਣਗੇ ਉਹਨਾਂ ਦੀ, ਕਿਉਂਕਿ ਇਹਨਾਂ ਦੀ ਆਪਣੀ ਕ੍ਰੈਡੀਬਿਲਿਟੀ ਨਹੀਂ ਰਹੇਗੀ। ਤਾਂ ਇਹ ਘੱਟੋ ਘੱਟ ਸੈਂਟਰ ਸਰਕਾਰ ਕੋਲ ਤਾਂ ਇਕੱਠੇ ਹੋ ਕੇ ਜਾ ਸਕਦੇ ਆ। ਜੋ ਕਿਸਾਨਾਂ ਨੇ ਜਾ ਕੇ ਸੈਂਟਰ 'ਤੇ ਇਕੱਠੇ ਹੋ ਕੇ ਬੈਠਣਾ, ਉਦੋਂ ਪਹਿਲਾਂ ਪ੍ਰੀਲਿਮਿਨਰੀਜ਼ ਜਿਹੜੀਆਂ ਹੈਗੀਆਂ ਉਹ ਇਹਨਾਂ ਸਾਡੇ ਲੀਡਰਾਂ ਨੂੰ ਕਰਨੀਆਂ ਚਾਹੀਦੀਆਂ। ਠੀਕ ਹੈ, ਇਹਦੇ ਵਿੱਚ ਇੱਕ ਸਵਾਲ ਹੋਰ ਆ ਜਾਂਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੱਪ ਛੱਡਣ ਦੀ ਗੱਲ ਕੀਤੀ ਹੈ ਜਾਂ ਗਲਤ ਨਾਅਰੇਬਾਜ਼ੀ ਦੀ ਗੱਲ ਕੀਤੀ, ਇੱਕ ਕਿਸਾਨ ਨੇ ਗੁੱਸੇ ਜਾ ਕੇ ਕਿਤੇ ਕਹਿਤਾ ਵੀ ਇਸ ਤਾਂ ਫਲਾਣਾ ਨਹੀਂ ਛੱਡਿਆ, ਇਹ ਕਿਹੜੇ ਬਾਗ ਦੀ ਮੂਲੀ, ਇੱਦਾਂ ਕਿਤੇ ਬੋਲਤਾ। ਮੀਡੀਆ ਨੂੰ ਇੰਨਾ ਚੱਕਿਆ ਕਿ ਇਹਦੇ ਵਿੱਚ ਤਾਂ ਖਾਲਿਸਤਾਨੀ ਆ ਗਏ ਜੀ, ਖਾਲਿਸਤਾਨੀ ਨੇ ਕੈਪਚਰ ਕਰ ਲਿਆ ਜੀ। ਕਿਤੇ ਨਾ ਕਿਤੇ ਜਿਹੜਾ ਮੀਡੀਆ ਉਹਨੂੰ ਚਲਾਉਣ ਵਾਲੇ, ਮਤਲਬ ਵਾਕਈ ਚਲਾਉਣ ਵਾਲੇ ਹੈਗੇ ਨੇ, ਜਾਂ ਪਹਿਲੀ ਸੌਦੇਬਾਜ਼ੀ ਹੋਈ ਹੁੰਦੀ ਆ ਕਿ ਤੁਸੀਂ ਇਸ ਮੂਵਮੈਂਟ ਨੂੰ ਬਦਨਾਮ ਕਰਨਾ ਹੈ। ਦੇਖ ਵੀਰ, ਇੱਕ ਵਰਡ ਹੈਗਾ ਸਟੇਟ, ਤੇ ਇੱਕ ਹੈਗਾ ਸਟੇਟ ਕਰਾਫਟ, ਜਿਹੜਾ ਕਿ ਮੁੱਢ ਕਦੀਮ ਤੋਂ ਰਿਹਾ। ਤੇ ਜਿਹੜੀ ਸਟੇਟ ਸੀ, ਜਦੋਂ ਇਸ ਕੰਟੈਕਸਟ ਵਿੱਚ ਮੈਂ ਤੁਹਾਨੂੰ ਇਹ ਵੀ ਗੱਲ ਦੱਸਣੀ ਚਾਹੁੰਦਾ ਕਿ ਇਸ ਵੇਲੇ ਡੈਮੋਕ੍ਰੇਸੀ ਹੈ, ਸਭ ਤੋਂ ਉੱਤਮ ਹੁਣ ਤੱਕ ਦਾ ਜਿਹੜਾ ਸਿਸਟਮ ਆਫ ਗਵਰਨੈਂਸ ਹੈ ਉਹ ਡੈਮੋਕ੍ਰੇਸੀ ਹੈ। ਪਰ ਤੁਸੀਂ ਭਾਰਤ ਦੇ ਵਿੱਚ ਇੱਕ ਗੱਲ ਨੂੰ ਹੋਰ ਨੋਟ ਕਰੋ, ਇਸ ਕਿਸਾਨੀ ਦੇ ਨਾਲ ਜੁੜੀ ਹੋਈ ਸਮੁੱਚੇ ਤੌਰ 'ਤੇ ਜਿਹੜੀ ਭਾਰਤ ਦੇ ਲੋਕ ਨੇ, ਜਿਨ੍ਹਾਂ 'ਚ ਮੈਂ ਤੋਂ ਵੀ ਸ਼ਾਮਲ ਹੈ, ਕਿਤੇ ਨਾ ਕਿਤੇ ਜੈਨੇਟਿਕਲੀ, ਜਿਸ ਨੂੰ ਕਹਿੰਦੇ ਆ ਸਾਡੇ ਜੀਨਸ ਦੇ ਵਿੱਚ, ਖੂਨ 'ਚ ਵੀ ਗਏ ਹੁੰਦੇ ਦੇਸੀ। ਹਾਂ, ਜੀਨਸ ਨੂੰ ਖੂਨ ਦੇ, ਸਾਡੇ ਖੂਨ ਦੇ ਵਿੱਚ ਅਜੇ ਤੱਕ ਕਿਤੇ ਨਾ ਕਿਤੇ ਆਜ਼ਾਦੀ ਦੇ ਬਾਵਜੂਦ ਵੀ ਮਾਨਸਿਕ ਗੁਲਾਮੀ ਹੈ। ਅਸੀਂ, ਸਾਡੀ ਸੋਚ ਦਾ ਦਾਇਰਾ ਵੱਡਾ ਨਹੀਂ ਹੋਇਆ। ਅਸੀਂ ਆਹ ਜਿਹੜੀਆਂ ਗੱਲਾਂ ਹੈ, ਇਹ ਛੋਟੀ ਸੋਚ ਦੀਆਂ ਗੱਲਾਂ ਹੈ ਕਿ ਉਹਦੀ ਲੱਤ ਤੋੜ ਦਿਆਂਗੇ, ਉਹਨੂੰ ਸਮਝਾ ਦਿਆਂਗੇ, ਇਹ ਛੋਟੀ ਸੋਚ ਦੀਆਂ। ਪਰ ਦੂਜੇ ਪਾਸੇ ਜਿਹੜੇ ਸਾਡੇ ਲੀਡਰ ਹੈ, ਇਹਨਾਂ ਦਾ ਵੀ ਰੂਪ ਹੁਣ, ਜਿਹੜੇ ਪੁਰਾਣੇ ਵੇਲੇ ਆਪਾਂ ਰਜਵਾੜੇ ਕਹਿ ਲਓ, ਗੌਰੀ ਮਹਿਮੂਦ ਗਜ਼ਨਵੀ 1000 ਸਾਲ ਤੋਂ ਲੈ ਲਓ, ਗੌਰੀ ਆਏ, ਗੌਰੀ ਤੋਂ ਬਾਅਦ ਦਾਸ ਵੰਸ਼ ਆਇਆ, ਦਾਸ ਵੰਸ਼ ਤੋਂ ਬਾਅਦ ਬਲਬਨ ਆਏ, ਬਲਬਨ ਤੋਂ ਬਾਅਦ ਖਿਲਜੀ, ਲੋਧੀ, ਮੁਗਲ, ਅੰਗਰੇਜ਼। ਉਹ ਈਸਟ ਇੰਡੀਆ ਕੰਪਨੀ ਦੇ ਤੌਰ 'ਤੇ, ਆਹੀ ਹੁਣ ਕਾਰਪੋਰੇਟ ਵਰਲਡ ਦੀ ਗੱਲ ਆ ਗਈ। ਉਹ ਆਏ ਸੀ ਅੰਗਰੇਜ਼ ਇੱਥੇ ਵਪਾਰ ਕਰਨ, ਤੇ ਐਸਾ ਵਪਾਰ ਕੀਤਾ ਵੀ ਉਹ ਇੱਥੋਂ ਦੇ ਅੰਪਾਇਰ, ਐਂਪਰਰ ਬਣ ਗਏ। ਰਾਜ ਐਂਪਰਰ ਹੀ ਬਾਦਸ਼ਾਹਾਂ ਦੇ ਬਾਦਸ਼ਾਹ। ਅੱਛਾ, ਇਹ ਜਿਹੜਾ ਹੁਣ ਵੀ ਕਾਰਪੋਰੇਟ ਵਰਲਡ ਹੈ, ਡੈਮੋਕ੍ਰੇਸੀ ਰਜਵਾੜਾ ਸ਼ਾਹੀ ਬਣ ਗਈ ਹੈ। ਮੈਨੂੰ ਕੋਈ ਗੁਰੇਜ਼ ਨਹੀਂ ਇਹ ਕਹਿੰਦੇ ਹੋਏ ਕਿ ਜਿਹੜਾ ਹੁਣ ਉਹ ਤਾਂ ਮਿਨਿਸਟਰ ਤੇ CM ਤੇ PM ਤਾਂ ਬਹੁਤ ਉੱਚੇ ਅਹੁਦੇ ਹੈ, ਉਹ ਮਾਤਰ DC ਉਹਨਾਂ ਦਾ ਬਣ ਕੇ, ਅਫਸਰ ਬਣ ਕੇ ਉਹਨਾਂ ਦਾ, ਉਹ ਵੀ ਆਪਣੇ ਆਪ ਨੂੰ ਰਾਜਿਆਂ ਤੋਂ ਘੱਟ ਨਹੀਂ ਸਮਝਦਾ। ਤਾਂ ਇਹਦੇ ਜਿਹੜਾ ਕਾਰਪੋਰੇਟ ਵਰਲਡ ਦੇ ਨਾਂ ਦੇ ਉੱਤੇ ਨਾ, ਇੱਥੇ ਰਾਜਾਸ਼ਾਹੀ ਡੈਮੋਕ੍ਰੇਸੀ ਤੋਂ
ਇੱਥੇ ਫੇਰ ਤਾਨਾਸ਼ਾਹੀ, ਇੱਥੇ ਫੇਰ ਰਾਜਾਸ਼ਾਹੀ ਪਹਿਲਾਂ ਤੇ ਫਿਰ ਤਾਨਾਸ਼ਾਹੀ ਉਸ ਤੋਂ ਅਗਲਾ ਡੰਡਾ। ਅਸੀਂ ਉਧਰ ਨੂੰ ਜਾ ਰਹੇ ਹਾਂ। ਅਤੇ ਮੈਂ ਤਾਂ ਇਸ ਨੂੰ ਇੱਥੇ ਗੱਲ ਕਹੂੰਗਾ ਵੀ ਮੇਰੇ ਵੀਰ ਰੱਬ ਰਾਖਾ, ਪਰ ਨਾਲ ਹੀ ਫਿਰ ਮੈਂ ਗੱਲ ਕਰੂੰਗਾ ਕਿ ਇਹਦੇ ਵਿੱਚ ਨਾ ਹੁਣ ਇਹ ਇੱਕ ਜਿਹੜਾ ਕੋਸ਼ਿਸ਼ ਸੀ ਸੈਂਟਰ ਗੌਰਮੈਂਟ ਦੀ ਬੜੀ ਵਧੀਆ, ਉਹਨਾਂ ਦੇ ਐਂਗਲ ਤੋਂ ਆਪਾਂ ਕਹਿ ਦਈਏ ਵੀ ਉਹਨਾਂ ਦੀ ਬੜੀ ਵਧੀਆ ਕੋਸ਼ਿਸ਼ ਹੈ। ਪਰ ਜੇ ਐਡੀ ਵਧੀਆ ਕੋਸ਼ਿਸ਼ ਹੈ, ਮੈਂ ਮਿਸਾਲ ਦਿੰਦਾ ਕਿ ਜੇ ਕੋਵਿਡ ਦਾ ਟੀਕਾ ਲੱਭ ਹੀ ਲਿਆ ਉਹਨਾਂ ਨੇ, ਅੱਜ ਦੀ ਡੇਟ 'ਚ ਕੋਵਿਡ ਇਲਾਜ ਹੈ ਅਤੇ ਸਾਰੇ ਟੀਕਾ ਲੱਭਣ ਲੱਗੇ, ਅਤੇ ਮੈਂ ਕਹਿੰਦਾ ਵੀ ਲੱਭ ਲਿਆ ਜੀ, ਮੋਦੀ ਸਾਹਿਬ ਨੇ ਲੱਭ ਲਿਆ ਜੀ, ਜਾਂ ਕਿਸੇ ਹੋਰ ਸਿਆਣੇ ਨੇ ਲੱਭ ਲਿਆ, ਤਾਂ ਉਹ ਜਿਹੜਾ ਟੀਕਾ ਉਹ ਪਹਿਲਾਂ ਆਪਣੇ 'ਤੇ ਲਾ ਕੇ ਦੇਖ ਲਏ ਨਾ, ਬਜਾਏ ਇਹਦੇ ਵੀ ਫੜ ਲਿਆ ਉਹ ਉੱਥੇ 15-20 ਬੰਦੇ ਜਿਹੜੇ ਨਾ ਮੇਰੇ ਵਰਗੇ ਬੁੜੇ ਜਿਹੇ ਅਤੇ ਉਹਨਾਂ ਨੂੰ ਲਿਆ ਕੇ ਲਾ ਦਿਓ ਟੀਕਾ। ਉਹ ਭਾਈ ਉਹ ਬੁੜਾ ਕਿਸੇ ਦਾ ਤਾਂ ਪਿਆਰਾ ਹੋਊਗਾ। ਅੱਛਾ, ਰਹਿ ਗਈ ਗੱਲ, ਤੁਹਾਡਾ ਇੱਕ ਸਵਾਲ ਸੀ ਬੜਾ ਸਪੈਸੀਫਿਕ ਕਿ ਜਿਹੜੇ ਲੋਕ ਹੈ ਉਹਨਾਂ ਦੇ ਵਿੱਚ ਕੁਛ ਏਜੰਸੀਆਂ, ਕੁਛ ਆਪਾਂ ਨੂੰ ਏਜੰਸੀਆਂ ਕਹਿਣ ਦੀ ਆਦਤ ਹੈ। ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਬਾਹਰਲਾ ਹੱਥ, ਬਿਲਕੁਲ। ਅੱਛਾ, ਸਟੇਟ ਅਤੇ ਸਟੇਟ ਕਰਾਫਟ ਦੇ ਵਿੱਚ, ਜਿੱਥੇ ਮੈਂ ਰਾਜਾਸ਼ਾਹੀ ਦੀ ਗੱਲ ਕੀਤੀ ਹੈ, ਰਾਜਾਸ਼ਾਹੀ ਤੋਂ ਡੈਮੋਕ੍ਰੇਸੀ ਤੋਂ ਫਿਰ ਤਾਨਾਸ਼ਾਹੀ ਤੋਂ ਫਿਰ ਉਹੀ ਬਾਦਸ਼ਾਹੀਆਂ ਵੱਲ ਨੂੰ ਕੰਮ ਚੱਲਿਆ। ਉੱਥੇ ਇਹ ਸਟੇਟ ਕਰਾਫਟ ਦੇ ਵਿੱਚ ਇਹ ਜਿਹੜੀਆਂ ਇਨਬਿਲਟ ਸ਼ਰਾਰਤਾਂ ਹੁੰਦੀਆਂ ਇਹ ਹੋਣੀਆਂ ਹੀ ਹੋਣੀਆਂ। ਇੱਥੇ ਆਪਾਂ 4 ਬੰਦੇ ਬੈਠੇ ਹਾਂ ਇਸ ਇੰਟਰਵਿਊ ਦੇ ਵਿੱਚ, 4ਾਂ ਦੇ ਵਿੱਚ ਆਪਾਂ ਇੱਕ ਗੱਲ ਕਹਿ ਸਕਦੇ ਹਾਂ ਵੀ ਨਾ ਖੋਖਰ ਮੈਂ ਤੇਰੇ 'ਚ ਵੜ ਕੇ ਦੇਖਿਆ ਅਤੇ ਨਾ ਤੂੰ ਮੇਰੇ 'ਚ ਵੜ ਕੇ ਬੈਠ, ਅਤੇ ਸਾਡੀ ਜਿਹੜਾ ਕਿਰਦਾਰ ਹੈ ਕੁੱਲ ਮਿਲਾ ਕੇ ਉਹ ਇੰਨਾ ਮਤਲਬ ਅਸੀਂ ਵੈਲਿਊ ਕਦਰਾਂ ਕੀਮਤਾਂ ਤੋਂ ਇੰਨਾ ਗਿਰ ਗਏ ਹਾਂ, ਅਖਲਾਕੀ ਗਿਰਾਵਟ ਸਾਡੇ 'ਚ ਇੰਨੀ ਆ ਗਈ ਜਿਹਦਾ ਮੈਂ ਕਿਹਾ ਸੀ ਕਿ ਅਬ ਤੋਂ ਦਬਾਅ ਵੀ ਕਰੂੰ ਤਾਂ ਦਗਾ ਸੀ ਲਗੇ। ਤੁਹਾਨੂੰ ਇਹ ਨਹੀਂ ਪਤਾ ਵੀ ਕੁਲਬੀਰ ਸਿੰਘ ਸਿੱਧੂ ਪਤਾ ਨਹੀਂ ਕਿਹੜੇ ਸਟੇਸ਼ਨ ਤੋਂ ਬੋਲੀ ਜਾਂਦਾ। ਬਿਲਕੁਲ, ਇੱਕ ਦਗਾ ਦੀ ਗੱਲ ਆ ਗਈ। ਜਿਹੜੇ ਖੱਟਰ ਨੇ ਦਗਾ ਕੀਤੀ ਹੈ ਹਰਿਆਣਾ ਦੇ CM ਨੇ, ਜਿਸ ਤਰ੍ਹਾਂ ਭਜਨ ਲਾਲ ਨੂੰ ਸਿੱਖਾਂ ਨੇ ਮਾफ़ ਨਹੀਂ ਸੀ ਕੀਤਾ, ਵਾਰ-ਵਾਰ ਉਹਦਾ ਜ਼ਿਕਰ ਆਉਂਦਾ ਸੀ ਕਿ ਇਹਨੇ ਸਿੱਖਾਂ ਨਾਲ ਗਲਤ ਕੀਤਾ ਹੈ। ਕਿਸਾਨਾਂ ਨਾਲ ਜਿਸ ਤਰ੍ਹਾਂ ਗਲਤ ਕੀਤਾ ਗਿਆ, ਕੀ ਕਿਸਾਨ ਕਦੇ ਮਾफ़ ਕਰਨਗੇ ਭਜਨ ਲਾਲ ਇਹਨੂੰ, ਖੱਟਰ ਨੂੰ, ਮਨੋਹਰ ਲਾਲ ਨੂੰ? ਦੇਖੋ ਭਾਜੀ, ਗੱਲ ਇਸ ਤਰ੍ਹਾਂ ਹੁੰਦੀ ਹੈ, ਮੈਂ ਤੁਹਾਡੇ ਨਾਲ ਧੋਖੇ ਕਰਨ ਦੇ ਰਾਹ 'ਤੇ, ਤੁਹਾਡੇ ਨਾਲ ਦੁਸ਼ਮਣੀ ਕਮਾਉਣ ਦੇ ਰਾਹ 'ਤੇ ਤੁਰ ਪਿਆ, ਪਰ ਦੇਰ ਸਵੇਰ ਮੈਨੂੰ ਅਕਲ ਆ ਗਈ, ਜਾਂ ਕਿਸੇ ਨੇ ਭਾਈ ਜਾ ਕੇ ਉਹਨੂੰ ਸਲਾਹ ਦੇਤੀ ਵੀ ਭਾਈ ਤੂੰ ਗਲਤ ਹੈ। ਅਤੇ ਕੋਈ ਹਰਜ ਨਹੀਂ ਕਿ ਬੰਦਾ ਅਗਲੇ ਦਿਨ ਜਾ ਕੇ ਕਹੇ, ਜੇ ਨੀਅਤ ਸਾਫ਼ ਹੋਵੇ। ਉਹ ਸੈਂਟਰ ਵੀ ਕਹਿ ਸਕਦਾ ਕਿ ਬਈ ਅਸੀਂ ਤਾਂ ਇਸ ਹਿਸਾਬ ਨਾਲ ਕਾਨੂੰਨ ਬਣਾਏ ਸੀ, ਅਤੇ ਖੱਟਰ ਸਾਹਿਬ ਤਾਂ ਇੱਕ ਐਡਮਿਨਿਸਟ੍ਰੇਟਿਵ ਲੈਵਲ 'ਤੇ ਹੀ ਹੈ ਨਾ ਵੀ ਮੈਂ ਤੁਹਾਨੂੰ ਰੋਕਿਆ ਸੀ ਭਾਈ। ਖੱਟਰ ਸਾਹਿਬ ਦਾ ਇੱਕ ਹੋਰ ਵੀ ਹੈ ਨਾ, ਉਹ ਪੰਜਾਬੀ ਹੈ, ਪਾਕਿਸਤਾਨ 'ਚੋਂ ਆਇਆ ਹੋਇਆ ਪੰਜਾਬੀ ਹੈ, ਪੰਜਾਬੀ ਬੋਲਦੇ ਵੀ ਨੇ, ਕਿਤੇ ਨਾ ਕਿਤੇ ਪੰਜਾਬੀ ਨੇ ਪੰਜਾਬੀਆਂ ਨਾਲ ਵੀ ਦਗਾ ਕਮਾਇਆ। ਭਾਜੀ ਜੇ ਇਸ ਸਬਜੈਕਟ 'ਤੇ ਜਾਣਾ ਨਾ ਤਾਂ ਫਿਰ ਇੰਟਰਵਿਊ ਇੱਕ ਹੋਰ ਰੱਖੋ। ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਜਦੋਂ ਸਿੱਖ ਰਾਜ ਗਿਆ ਅਤੇ ਡੋਗਰੇ ਅਤੇ ਪਹਾੜਾ ਸਿੰਘ, ਤੁਹਾਨੂੰ ਪਤਾ ਹੀ ਹੋਣਾ ਪਹਾੜਾ ਸਿੰਘ ਸਿੱਧੂ ਬਰਾੜਾਂ ਦਾ ਹੀ ਰਾਜਾ ਸੀ, ਅਤੇ ਉਸ ਨੇ ਉਹਦੇ ਹਿਸਾਬ ਨਾਲ ਕੋਈ ਗਲਤ ਗੱਲ ਨਹੀਂ ਸੀ ਕੀਤੀ। ਅੰਗਰੇਜ਼ ਉਹ 'ਤੇ ਬੇਲੀ ਸੀ। ਰਣਜੀਤ ਸਿੰਘ 'ਤੇ ਉਹ ਖਾਰ ਖਾਂਦੇ ਸੀ ਵੀ ਜੇ ਰਣਜੀਤ ਸਿੰਘ ਨੇ ਦੀ ਜਾੜ ਥੱਲੇ ਆ ਗਏ ਤਾਂ ਚੱਬੇ ਜਾਵਾਂਗੇ। ਰਿਆਸਤਾਂ ਸੀ ਨਾ ਜਿਹੜੀਆਂ, ਇਹ ਰਣਜੀਤ ਸਿੰਘ ਤੋਂ ਡਰਦੀਆਂ ਅੰਗਰੇਜ਼ਾਂ ਦੇ ਵੱਲ ਗਈਆਂ ਅਤੇ ਉਹਨਾਂ ਨੇ ਕਿਹਾ ਆ ਜਾਓ, ਅਤੇ ਇਹਨਾਂ ਨੇ ਆਪਣੇ ਵੱਲੋਂ ਤਾਂ ਦੋਸਤੀ ਪੁਗਾਈ, ਪਰ ਉਹ ਤੇ ਬਣ ਗਈ ਗਦਾਰੀ ਹੈ। ਤਾਂ ਇਹ ਪੰਜਾਬੀ ਨੇ, ਇਹ ਕੀ ਨੇ, ਇਹਦੇ 'ਚ ਮੈਂ ਕੋਈ ਤਸ਼ਰੀਹ ਨਹੀਂ ਕਰਦਾ, ਕੋਈ ਜਾਤੀਵਾਦ 'ਚ ਨਹੀਂ ਪੈਂਦਾ, ਕੋਈ ਰੀਜਨਲਵਾਦ 'ਚ ਨਹੀਂ ਪੈਂਦਾ। ਉਹ ਹਰਿਆਣਵੀ ਹੈ ਅਤੇ ਅਸੀਂ ਪੰਜਾਬ ਨਹੀਂ। ਪਰ ਇਹ ਇੱਕ ਮਿੰਟ, ਹੱਕ ਨਹੀਂ ਸੀ ਬਣਦਾ। ਜਿਹੜੀ ਨੈਸ਼ਨਲ ਹਾਈਵੇ ਹੈ ਉਹਦੇ ਉੱਤੇ ਸਟੇਟ ਦਾ ਡਾਇਰੈਕਟ ਕੰਟਰੋਲ ਨਹੀਂ ਹੁੰਦਾ, ਅਤੇ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ, ਤੁਸੀਂ ਵੀ ਇੰਨਾ ਚਿਰ ਅਫਸਰ ਰਹੇ ਹੋ, ਕਿ ਕਦੇ ਰੋਡ ਨਹੀਂ ਪੁੱਟੀ ਹੋਣੀ ਕਿਸੇ ਨੇ, ਕਿ ਕੋਈ ਰਸਤਾ ਨਹੀਂ ਬੰਦ ਕੀਤਾ ਹੋਣਾ। ਗੱਲ ਸੁਣ ਲਾ ਮੇਰੇ ਵੀਰ, ਜਦੋਂ ਤੈਨੂੰ ਕਿਹਾ ਵੀ ਰਾਜਨੀਤੀ ਬਣ ਗਈ ਬਦਨੀਤੀ, ਅਤੇ ਜਦੋਂ ਤੈਨੂੰ ਇਹ ਕਿਹਾ ਵੀ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ, ਅਤੇ ਜਦੋਂ ਵੀਰ ਫਿਰ ਉਹ ਤੁਸੀਂ ਇੱਕ ਮੈਂ ਸਰਵਿਸ ਜੁਆਇਨ ਕਰ ਲਈ, ਅਤੇ ਮੇਰਾ ਭਰਾ ਜਿਹੜਾ ਪਿੰਡ ਖੇਤੀ ਕਰਦਾ ਸੀ ਉਹ ਮੈਨੂੰ ਆਖਿਆ ਕਰੇ ਵੀ ਆਪਣਾ ਨਾ ਸ਼ਰੀਕ ਨਿੱਤ ਵਟਵਾ ਲੈਂਦਾ, ਤੇਰੇ DC ਬਣਨ ਦਾ ਕੀ ਫਾਇਦਾ, ਤੂੰ ਡਾਂਗ ਲੈ ਕੇ ਆ। ਅਤੇ ਮੈਂ ਉਹਨੂੰ ਕਹਿੰਦਾ ਸੀ ਕਿ ਜਦੋਂ ਮੇਰਾ ਇੱਕ ਸਫੀਅਰ ਆਫ ਵਰਕ ਵੱਖਰਾ ਹੋ ਗਿਆ, ਹੁਣ ਮੈਂ ਡਾਂਗ ਵਾਲਾ ਨਹੀਂ ਰਹਿ ਗਿਆ, ਹੁਣ ਤਾਂ ਭਰਾਵਾ ਮੈਂ ਕਲਮ ਵਾਲਾ ਰਹਿ ਗਿਆ। ਜੇ ਸੱਪ ਵੀ ਮਰਾਉਣਾ ਹੁਣ ਤਾਂ ਮੈਂ ਕਲਮ ਨਾਲ ਮਾਰ ਸਕਦਾ, ਡਾਂਗ ਨਾਲ ਨਹੀਂ ਮੈਂ ਮਾਰ ਸਕਦਾ।
ਇਸੇ ਤਰ੍ਹਾਂ ਜਿਹੜੇ ਹੁਣ ਪੋਲੀਟੀਕਲੀ ਜਿਨ੍ਹਾਂ ਦੀਆਂ ਆਪਣੀਆਂ ਓਬਲੀਗੇਸ਼ਨਸ ਹੈਗੀਆਂ, ਪਾਰਟੀ ਦਾ ਕੋਡ ਆਫ ਕੰਡਕਟ ਹੈ, ਉਹ ਉਸ ਦੀਆਂ ਮਜਬੂਰੀਆਂ ਉਸ ਨੂੰ ਹੈ। ਹਾਂ, ਮੈਂ ਇੱਕ ਗੱਲ ਨਾਲ ਤੁਹਾਡੇ ਨਾਲ ਸਹਿਮਤ ਹੈ ਕਿ ਭਾਵੇਂ ਤੁਸੀਂ ਅਫਸਰ ਹੋ, ਭਾਵੇਂ ਤੁਸੀਂ ਪੋਲੀਟੀਕਲੀ ਲੀਡਰ ਹੋਵੋ, ਕੁਛ ਵੀ ਹੋਵੋ, ਜਦੋਂ ਤੁਸੀਂ ਅਖਲਾਕ ਦੀ ਗੱਲ ਆ ਜਾਂਦੀ ਹੈ, ਅਖੀਰ ਅਖਲਾਕ ਦਾ ਲੜ ਨਹੀਂ ਛੱਡਣਾ ਚਾਹੀਦਾ, ਠੀਕ ਦਾ ਲੜ ਨਹੀਂ ਛੱਡਣਾ ਚਾਹੀਦਾ, ਸੱਚ ਦਾ ਲੜ ਨਹੀਂ ਛੱਡਣਾ ਚਾਹੀਦਾ। ਅਤੇ ਜੇ ਮਾੜੀ ਮੋਟੀ ਡੀਸੀ ਨੂੰ ਡੀਸੀ ਹਟਾ ਕੇ ਅਤੇ ਉਸ ਨੂੰ ਬਾਬੂ ਤਾਂ ਲਾਉਣੋਂ ਰਹਿ ਅਤੇ ਉਹਦੀ ਬਦਲੀ ਕਰ ਦਿੰਦੇ ਅਤੇ ਉਸ ਨੂੰ ਹੱਕ ਸੱਚ 'ਤੇ ਖੜਨਾ ਚਾਹੀਦਾ। ਅਤੇ ਉਹ ਖੋਖਰ ਸਾਹਿਬ ਤੁਹਾਨੂੰ ਵੀ ਖੜਨਾ ਚਾਹੀਦਾ, ਖੱਟੜ ਸਾਹਿਬ ਨੂੰ ਵੀ ਖੜਨਾ ਚਾਹੀਦਾ, ਮੈਨੂੰ ਵੀ ਖੜਨਾ ਚਾਹੀਦਾ। ਜਿਹੜਾ ਮੈਂ ਬੋਲੀ ਹੈ ਨਾ, ਮੈਨੂੰ ਵੀ ਹੱਕ ਸੱਚ 'ਤੇ ਖੜਨਾ ਚਾਹੀਦਾ। ਅਤੇ ਜੇ ਅਸੀਂ ਹੱਕ ਸੱਚ 'ਤੇ ਖੜ ਜਾਈਏ ਨਾ, ਅਤੇ ਸਾਡੇ ਵਰਗਾ ਨਾ ਕੋਈ ਕੌਮ ਹੈ ਅਤੇ ਨਾ ਸਾਡੇ ਵਰਗਾ ਕੋਈ ਮੁਲਕ ਹੈ ਮੇਰੇ ਵੀਰ। ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਹੈ, ਜੋ ਮੇਰਾ ਆਪਣਾ ਐਨਾਲਿਸਿਸ ਹੈ, ਕਿ ਕਿਸਾਨਾਂ ਨਾਲ ਵਾਧੂ ਦਾ ਪੰਗਾ ਲਿਆ ਮਨੋਹਰ ਲਾਲ ਖੱਟਰ ਨੇ। ਠੀਕ ਹੈ, ਹੁਣ ਤੱਕ ਦੀ ਕੁਰਸੀ ਬਣੀ ਰਹੇਗੀ, ਪਰ ਆਉਣ ਵਾਲੇ ਸਮੇਂ ਦੇ ਵਿੱਚ ਲੌਂਗ ਰਨ ਦੇ ਵਿੱਚ ਖੱਟਰ ਨੂੰ ਇਹਦਾ ਬੜਾ ਵੱਡਾ ਨੁਕਸਾਨ ਹੋਏਗਾ। ਇਹ ਚੰਗਾ, ਤੁਸੀਂ ਆਪਣਾ ਵਿਚਾਰ ਆਪਣੇ ਨਾਲ ਰੱਖੋ, ਕੁਦਰਤ ਟਾਈਮ 'ਤੇ ਛੱਡੋ, ਸਮੇਂ 'ਤੇ ਛੱਡੋ, ਪਰ ਇਹਦੇ 'ਤੇ ਅੱਜ ਮੈਨੂੰ ਤੁਹਾਡੀ ਗੱਲ ਤੋਂ ਇਹ ਲੱਗੀ ਜਾਂਦਾ, ਜੇ ਆਪਾਂ ਦੋਨੋਂ ਕਿਸੇ ਵੱਖੋ ਵੱਖਰੇ ਦੋ ਵਰਗਾਂ ਦੀ ਸਮਾਜਿਕ, ਵੈਸੇ ਸਮਾਜ ਆਪਣਾ ਇੱਕੋ ਹੀ ਹੈ, ਜੇ ਤਰਜਮਾਨੀ ਕਰ ਰਹੇ ਹੋਏ ਹਾਂ, ਅਤੇ ਮੈਨੂੰ ਤਾਂ ਅੱਜ ਤੁਹਾਡੀ ਗੱਲ ਤੋਂ ਇਹ ਲੱਗੀ ਜਾਂਦਾ ਵੀ ਜਿਹੜੇ ਸੈਂਟਰ ਨੇ ਕਾਨੂੰਨ ਪਾਸ ਕੀਤੇ ਉਹ ਤਾਂ ਤੁਸੀਂ ਪਾਸੇ ਛੱਡੀਏ ਨੇ। ਤੁਸੀਂ ਪਹਿਲਾਂ ਕਹਿੰਦੇ ਵੀ ਖੱਟਰ ਨੂੰ ਸਬਕ ਸਿਖਾ ਲਈਏ, ਤਾਂ ਇਹ ਤੁਹਾਨੂੰ ਐਂ ਨਹੀਂ ਲੱਗਦਾ ਵੀ ਜਿਵੇਂ ਤੁਸੀਂ ਡਾਈਵਰਟ ਕਰ ਰਹੇ ਹੁੰਦੇ ਆ, ਜਿਵੇਂ ਤੁਹਾਡਾ ਜਿਹੜਾ ਫੋਕਸ ਸੀ ਤਾਂ ਉਹ ਕਿਸਾਨੀ ਦੀ ਦੁਰਦਸ਼ਾ ਅਤੇ ਉਹਨੂੰ ਸੁਧਾਰਨ ਦੀ ਗੱਲ, ਅਤੇ ਇਹਨਾਂ ਨੇ ਉਹਦੇ 'ਚ ਨਹੀਂ, ਉਹਦੀ ਦਸ਼ਾ ਸੁਧਾਰ ਦੇ ਨਾਮ ਦੇ ਉੱਤੇ ਇਹਨਾਂ ਨੇ ਉਸ ਦੀ ਕਿਸਾਨੀ ਨੂੰ ਤਹਿਸ ਨਹਿਸ ਕਰਤਾ। ਉਸ ਨੂੰ ਖ਼ਤਮ ਕਰਨ ਦੀ ਇੱਕ ਇਹਨਾਂ ਦੇ ਦਿਮਾਗ ਦੇ 'ਚ ਗੱਲ ਕੀ ਹੈ, ਉਹ ਇਹ ਹੈ ਕਿ ਕਿਸਾਨ ਦੀ ਥਾਂ 'ਤੇ ਸਰਕਾਰ ਦੀ ਥਾਂ 'ਤੇ ਫਰਜ਼ ਕਰੋ, ਹੁਣ ਇੱਕ ਗੱਲ ਮੈਨੂੰ ਅੱਧਾ ਮਿੰਟ ਹੋਰ ਲੱਗੇਗਾ, ਅੱਜ ਤੱਕ ਕਿਸਾਨ ਗੌਰਮੈਂਟ ਪ੍ਰੋਕਿਓਰ ਕਰਦੀਆਂ ਸੀ, MSP ਦਿੰਦੀਆਂ ਸੀ। ਇਸ ਵੇਲੇ ਭਾਰਤ ਦੀ ਇਕੋਨਮੀ ਸ਼ਾਇਦ ਨਹੀਂ ਪਰਮਿਟ ਕਰ ਰਹੀ ਕਿ ਇੰਨਾ, ਔਰ ਖ਼ਾਸ ਤੌਰ 'ਤੇ ਉਦੋਂ ਜਦੋਂ ਇਹਨਾਂ ਦੇ ਗੋਦਾਮ ਭਰੇ ਹੋਏ ਹੈ, ਇਹਨਾਂ ਦੀ ਲੋੜ ਨਹੀਂ ਰਹੀ ਨੈਸ਼ਨਲ ਲੈਵਲ 'ਤੇ। ਠੀਕ ਹੈ, ਅਸੀਂ ਕਹਿੰਦੇ ਹਾਂ ਨਾ, ਉੱਥੇ ਸੈਕਟਰੀ ਲੈਵਲ ਬੈਠੇ, ਉੱਥੇ ਮਿਨਿਸਟਰ ਲੈਵਲ ਬੈਠੇ, ਉੱਥੇ PM ਲੈਵਲ ਬੈਠਾ। ਉਹਨਾਂ ਨੇ ਜਦੋਂ ਪੂਰਾ ਦੇਸ਼ ਦਾ ਹਿਸਾਬ ਲਾਉਂਦੇ, ਉਹ ਕਹਿੰਦੇ ਅਨਾਜ ਬੇਅੰਤ ਹੈ ਸਾਡੇ ਕੋਲ, ਅਤੇ ਅਸੀਂ ਹੁਣ ਗੋਦਾਮਾਂ ਦੇ ਖਰਚੇ ਕਾਹਨੂੰ ਕਰੀਏ, ਅਸੀਂ ਹੁਣ FCI ਦੇ ਰਾਹੀਂ ਇਹਦੀ ਪ੍ਰੋਕਿਉਰਮੈਂਟ ਦੇ ਖਰਚੇ ਕਿਉਂ ਕਰੀਏ। ਉਹਨਾਂ ਦੇ ਮਿੱਤਰ ਹੈਗੇ ਆ ਕਾਰਪੋਰੇਟ ਵਰਲਡ ਵਾਲੇ, ਉਹ ਕਹਿੰਦੇ ਲੈ ਯਾਰ ਆਹ ਜ਼ਿੰਮੇਵਾਰੀ ਤੁਸੀਂ ਸੰਭਾਲੋ, ਜਿਹਨੂੰ ਪ੍ਰਾਈਵੇਟਾਈਜੇਸ਼ਨ ਕਹਿੰਦੇ, ਇਹਨੂੰ ਇੱਕ ਦੂਜੇ ਸ਼ਬਦਾਂ 'ਚ ਇਹਨੂੰ ਪ੍ਰਾਈਵੇਟਾਈਜੇਸ਼ਨ ਕਹਿ ਲਓ। ਜਿਵੇਂ ਰੇਲਵੇ ਨੂੰ ਪ੍ਰਾਈਵੇਟਾਈਜ਼ ਕਰ ਲਓ, ਤੁਹਾਡੇ ਜਿਹੜੀਆਂ ਫਲਾਈਟਸ ਹੈ, ਕੀ ਇਹਨੂੰ ਕਹਿੰਦੇ, ਏਅਰਵੇਜ਼, ਏਅਰਵੇਜ਼ ਨੂੰ ਇਹਨੂੰ ਤੁਸੀਂ ਪ੍ਰਾਈਵੇਟਾਈਜ਼ ਕਰ ਲਓ, ਟੈਲੀਫੋਨ ਮਹਿਕਮਾ, ਹੈਲਥ ਨੂੰ ਕਰ ਦਿਓ ਜੀ, ਐਜੂਕੇਸ਼ਨ ਨੂੰ ਕਰ ਦਿਓ। ਇਹ ਉਸ ਫੇਲਿੰਗ ਇਕੋਨਮੀ ਦੇ ਵਿੱਚ ਐਸਕੇਪਿਜ਼ਮ ਹੈ ਸਰਕਾਰਾਂ ਦਾ। ਉਹ ਆਪਣੀਆਂ ਜ਼ਿੰਮੇਵਾਰੀਆਂ ਟਾਲ ਕੇ ਇਨ ਦਾ ਨੇਮ ਆਫ ਪ੍ਰਾਈਵੇਟਾਈਜੇਸ਼ਨ ਉੱਧਰ ਨੂੰ ਜਾਣਾ ਚਾਹੁੰਦੇ ਆ, ਔਰ ਇਹਨੂੰ ਆਸਾਨ ਸਮਝਦੇ ਆ ਕਿ ਕਾਰਪੋਰੇਟ ਵਰਲਡ ਜਿਨ੍ਹਾਂ ਦੇ ਕੋਲ ਯਾਰ 40 ਹਜ਼ਾਰ ਕਰੋੜ ਰੁਪਈਆ ਤਾਂ ਉਹਨਾਂ ਦਾ ਮਾਫ ਹੀ ਹੋ ਗਿਆ। 40 ਹਜ਼ਾਰ ਕਰੋੜ ਰੁਪਈਆ ਜੇ ਕਿਸੇ ਦਾ ਮਾਫ ਹੋ ਜੇ ਤਾਂ ਉਹਦੇ ਕੋਲ ਕਿੰਨਾ ਸਰਮਾਇਆ ਉਹ ਉਸ 'ਤੇ ਸੁੱਟ ਦਿਓ ਵੀ ਲੈ ਭਾਈ ਅੱਜ ਤੋਂ ਨਾ ਤੂੰ ਸਾਰੀ ਕਿਸਾਨੀ ਉਪਜ ਦਾ ਸਰਕਾਰ ਦੀ ਥਾਂ 'ਤੇ ਤੂੰ ਮਾਲਕ, ਅਤੇ ਨਫਾ ਵੀ ਤੇਰਾ, ਅਤੇ ਨਾਲੇ ਉਹ ਭਾਜੀ ਏਕ ਪੰਥ ਦੋ ਕਾਜ, ਨਾਲੇ ਤਾਂ ਮਿੱਤਰਤਾ ਹੀ ਰਹਿ ਗਈ, ਨਾਲੇ ਚੋਣ ਫੰਡਾਂ ਹੀ ਜਾਊਗਾ, ਮਿੱਤਰਤਾ ਹੀ ਰਹਿ ਗਈ। ਅੱਛਾ, ਅਤੇ ਨਾਲ ਹੀ ਕਾਰਪੋਰੇਟ ਕਿਸਾਨੀ ਨੂੰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀਆਂ ਸ਼ਰਤਾਂ ਪੂਰੀਆਂ ਕਰਾਤੀਆਂ, ਅਤੇ ਕਿਸਾਨੀ ਨੂੰ ਇੰਨਾ ਤੁਸੀਂ ਅਪਲਿਫਟ ਕਰਤਾ, ਇੰਨਾ ਤੁਸੀਂ ਅਗਰੇਰੀਅਨ ਰਿਫਾਰਮ ਲਿਆਤਾ। ਅਗਰੇਰੀਅਨ ਰਿਫਾਰਮ ਨੇ ਖੇਤੀਬਾੜੀ ਜਗਤ ਦੇ ਵਿੱਚ ਇੰਨਾ ਸੁਧਾਰ ਲਿਆਤਾ ਕਿ ਦੁਨੀਆ ਆਸ਼ਾ-ਆਸ਼ ਕਰੂਗੀ। ਇਹ ਤਾਂ ਉਹਨਾਂ ਇਹ ਤਾਂ ਹੈਗੇ BJP ਦੀ ਕਹਿਣ ਦੀ ਗੱਲ, ਕੇਂਦਰ ਸਰਕਾਰ ਦੀ ਗੱਲ। ਜਿਵੇਂ ਮੈਂ ਕੋਈ ਜਿਹੜੇ ਐਕਟ ਆ ਉਹਨਾਂ ਦੀ ਤਾਇਦ ਕਰ ਰਿਹਾ, ਨਹੀਂ, ਇਹਦੇ ਪਿੱਛੇ ਇਹਨਾਂ ਦੀ ਮੈਂ ਮਨਸ਼ਾ ਨੂੰ ਜਾਣਨ ਦੀ ਕੋਸ਼ਿਸ਼ ਅਤੇ ਅਧੂਰੀ ਜੀ ਮੇਰੀ ਸਮਝ ਦੇ ਮੁਤਾਬਕ ਮੈਂ ਦੱਸਣਾ ਚਾਹੁੰਦਾ ਕਿ ਆਪਣੇ ਆਪ ਵੱਲੋਂ ਕਹਾਣੀ ਤਾਂ ਹੈਗੀ ਹੈ ਐਸਕੇਪਿਜ਼ਮ ਦੀ, ਆਪਣੀ ਸੈਂਟਰ ਸਰਕਾਰ ਦੀ ਅਤੇ ਸਟੇਟਾਂ ਦੀ ਜ਼ਿੰਮੇਵਾਰੀ ਤੋਂ ਭੱਜਣ ਦੀ ਗੱਲ, ਅਤੇ
ਗੱਲ ਭੱਜਣਾ ਕਿਹੜੇ ਤਰੀਕੇ ਨਾਲ ਚਾਹੁੰਦੇ ਹੋ, ਵੱਡਾ ਝੂਠ ਮਾਰ ਕੇ ਕਿ ਅਸੀਂ ਅਗਰੇਰੀਅਨ ਰੈਵੋਲੂਸ਼ਨ ਲਿਆ ਦਿਆਂਗੇ ਅਤੇ ਜ਼ਿਮੀਂਦਾਰ ਦਾ ਉਸ ਦਾ ਫਾਇਦਾ ਇਹ ਹੋਊਗਾ ਅਗਰੇਰੀਅਨ ਰੈਵੋਲੂਸ਼ਨ ਦਾ ਕਿ ਅਸੀਂ ਤੁਹਾਨੂੰ ਤੁਹਾਡੀ ਆਮਦਨ ਦੁੱਗਣੀ ਕਰ ਦਿਆਂਗੇ। ਪਰ ਜਿਹੜੇ ਮੁਲਕਾਂ ਦੇ ਵਿੱਚ ਇਹ ਚੱਲ ਰਿਹਾ ਨਾ, ਉਹ ਕੈਨੇਡਾ ਹੈ ਜਾਂ ਯੂਰਪ ਦੇ ਮੁਲਕ ਹੈ, ਇੰਗਲੈਂਡ ਹੈ, ਅਮਰੀਕਾ, ਉੱਥੇ ਤਾਂ ਫਾਰਮ ਮੈਨੂੰ ਪਤਾ ਹੈ ਵੀ 500 ਏਕੜ ਤੋਂ 1000 ਏਕੜ ਤੋਂ ਥੱਲੇ ਦਾ ਤਾਂ ਜ਼ਿਮੀਂਦਾਰ ਨੂੰ ਉਹ ਫੀਲਡ 'ਚ ਐਂਟਰੀ ਨਹੀਂ ਕਰਨ ਦਿੰਦੇ। ਅਤੇ ਇੱਥੇ ਆਪਣੇ ਦਾ ਭਰਾ ਮੇਰੇ 1950-60 ਤੋਂ ਲੈ ਲਾ 50 ਸਾਲਾਂ 'ਚ 30 ਏਕੜ ਦੀ ਹੋਲਡਿੰਗ ਅੱਜ ਜਨਾਬ 10 ਏਕੜ ਤੋਂ ਵੱਡੇ ਜ਼ਿਮੀਂਦਾਰ ਕੋਲ ਵੱਧ ਨਹੀਂ ਹੈਗਾ। ਸਹੀ ਜ਼ਮੀਨ ਬੇਨਾਮੀ ਤਾਂ ਪਤਾ ਨਹੀਂ ਕਿੰਨੀਆਂ ਆਪਣੇ ਬਾਈਆਂ ਕੋਲ। ਅੱਛਾ, ਅਗਲਾ ਇੱਕ ਹੋਰ ਹੈਗਾ, ਜਿਹੜੇ ਸਾਡੇ ਵੱਡੇ ਫਾਰਮਰ ਹੈ ਨਾ, ਭਾਵੇਂ ਨਾਂ ਲੈਣਾ ਤਾਂ ਲੈ ਲਾ, ਜਿਨ੍ਹਾਂ ਨੂੰ ਅਸੀਂ ਜਗੀਰਦਾਰ, ਅਜੇ ਵੀ ਜਗੀਰਦਾਰ ਹੈ, ਉਹ ਜਾਂ ਤਾਂ ਕਰਦੇ ਆ ਜੀ ਕਿੰਨੂਆਂ ਦੀ ਖੇਤੀ। ਸਾਰਾ ਸਾਡਾ ਬਠਿੰਡਾ ਹੈੱਡਕੁਆਟਰ ਤੋਂ ਲੈ ਕੇ ਅਬੋਹਰ, ਫਾਜ਼ਿਲਕਾ, ਫਿਰੋਜ਼ਪੁਰ, ਇੱਧਰ ਜ਼ੀਰੇ ਤੱਕ, ਇਹ ਤਾਂ ਸਾਰੇ ਬਾਗਾਂ ਦੇ ਵਿੱਚ। ਇਹਨਾਂ ਨੇ ਨਾ ਕਦੇ ਕਣਕ ਵੱਡੇ ਜ਼ਿਮੀਂਦਾਰਾਂ ਨੇ, ਆਪਣੇ ਜਿਹੜੇ ਵੱਡੇ ਵੱਡੇ ਲੀਡਰ ਆ ਉਹਨਾਂ ਦਾ ਬਿਨਾਂ ਨਾਂ ਲੈ ਤੋਂ ਮੈਂ ਕਹਿ ਦਿੰਦਾ ਕੋਈ ਦਿਖਾਓ ਜਿਹੜਾ ਕਣਕ ਝੋਨਾ ਬੀਜਦਾ ਹੋਏ, ਜਿਹਦੇ ਕੋਲ ਬਾਗ ਨਾ ਹੋਣ, ਜਾਂ ਕਿਸੇ ਕੋਲ ਅੰਗੂਰਾਂ ਦੇ ਆ, ਜਾਂ ਕਿਸੇ ਕੋਲ ਕਿੰਨਵਾਂ ਦੇ ਆ, ਜਾਂ ਕਿਸੇ ਕੋਲ ਬੇਰੀਆਂ ਦੇ ਆ। ਅਤੇ ਇਹ ਤਾਂ ਬੜੇ ਪ੍ਰਸੰਨ ਹੈ। ਔਖਾ ਤਾਂ ਉਹ ਹੈ ਆਪਣੀ ਗੱਲ ਲੰਮੀ ਹੋ ਜਾਏਗੀ, ਝੋਨਾ ਬੀਜਦਾ। ਇਹ ਆਪਣੀ ਜ਼ਿਆਦਾ ਗੱਲ ਲੰਮੀ ਹੋ ਗਈ, ਇਸ ਟੌਪਿਕ 'ਤੇ ਫਿਰ ਗੱਲ ਕਰਾਂਗੇ। ਇੱਕ ਲਾਸਟ ਸਵਾਲ ਹੈ, ਜਿਸ ਤਰ੍ਹਾਂ ਤੁਸੀਂ ਸੱਪ ਛੱਡਣ ਦੀ ਗੱਲ ਕੀਤੀ ਕਿ DCSS ਵੀ ਛਡਾ ਦਿੰਦੇ ਸਨ, ਖੱਟਰ ਨੇ ਵੀ ਫਿਰ ਉਹੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਮਾਹੌਲ ਹਰਿਆਣੇ 'ਚ ਵਿਗੜ ਸਕਦਾ ਸੀ। ਕਿਤੇ ਨਾ ਕਿਤੇ ਕਿਸਾਨ ਜਾਬਤੇ 'ਚ ਰਹੇ, ਉਹਨਾਂ ਨੇ ਕੋਈ ਇਸ ਕਿਸਮ ਦੀ ਗੱਲ ਨਹੀਂ ਕੀਤੀ। ਸੱਪ ਤਾਂ ਫਿਰ ਇਹ ਖੁਦ ਹੀ ਮਤਲਬ ਖੱਟਰ ਨੇ ਸੱਪ ਵਾਲੀ ਕਾਰਵਾਈ ਕਰਨੀ ਸ਼ੁਰੂ ਕਰਤੀ ਸੀ। ਖੋਖਰ ਵੀਰ, ਮਾਹੌਲ ਤਾਂ ਉਦੋਂ ਹੀ ਵਿਗੜ ਜਾਂਦਾ ਜਦੋਂ ਇੱਕ ਭਰਾ ਸਿਪਾਹੀ ਹੁੰਦਾ ਅਤੇ ਦੂਜਾ ਭਰਾ, ਮੇਰਾ ਛੋਟਾ ਭਰਾ, ਉਸ ਐਜੀਟੇਸ਼ਨ ਦੇ 'ਚ ਆ ਜਾਂਦਾ। ਮੈਂ ਫਰਕ ਲਾ, ਕੁਲਬੀਰ ਸਿੰਘ ਸਿੱਧੂ ਸਿਪਾਹੀ ਹੈ। ਅੱਛਾ, ਉੱਧਰੋਂ ਕੁਲਬੀਰ ਸਿੰਘ ਸਿੱਧੂ ਦੁਖੀ ਹੋਇਆ ਫਿਰਦਾ ਹੁੰਦਾ ਵੀ ਸਾਲੇ ਉਹ ਦਿਨ ਨਹੀਂ ਦੇਖਿਆ, ਰਾਤ ਨਹੀਂ ਦੇਖੇ, 24 ਘੰਟੇ ਰਹੇ ਅਸੀਂ ਡਿਊਟੀ 'ਤੇ ਹਾਂ। ਉੱਧਰੋਂ ਜਸਬੀਰ ਸਿੰਘ ਕਹਿੰਦਾ ਵੀ ਮੈਨੂੰ ਯਾਰ ਨਾਲੇ ਤਾਂ ਮੈਂ ਠੰਡ ਮਰਦਾ ਅਤੇ ਨਾਲੇ ਮੇਰੇ ਭਰਾ ਕੁਲਬੀਰ ਸਿੰਘ ਸਿਪਾਹੀ ਨੇ ਮੇਰੇ ਡੰਡਾ ਮਾਰਤਾ ਜਾਂ ਮੇਰੇ 'ਤੇ ਪਾਣੀ ਦੀ ਵਿਛਾੜ ਮਾਰਤੀ। ਅੱਕੇ ਤਾਂ ਉਹ ਦੋਨੋਂ ਭਰਾ ਆਪਸ 'ਚ ਹੁੰਦੇ। ਅਤੇ ਹੁਣ ਜਿਹੜਾ 1984 ਹੋਈ ਜਾਂ ਜਿਹੜਾ ਤੁਹਾਡੇ ਉਹਦੇ ਹਾਲਾਤ ਸੀ ਅੱਤਵਾਦ ਵੇਲੇ ਦੇ, ਮੈਂ ਉਹਦਾ ਜ਼ਿਕਰ ਕਰਦਾ। ਕੌਣ ਮਰੇ? ਭਰਾ ਹੀ। ਅਤੇ ਜਦੋਂ ਹੁਣ ਵੀ ਜੇ ਕਿਤੇ ਡਾਂਗ ਖੜਕਦੀ ਹੈ, ਬਰਗਾੜੀ ਖੜਕੀ, ਕੌਣ ਮਰਿਆ? ਕੋਈ ਅੰਗਰੇਜ਼ ਮਰ ਗਿਆ ਉਹਦੇ 'ਚ? ਕੋਈ ਬਾਹਰਲੇ ਮੁਲਕ ਦਾ ਬੰਦਾ ਮਰ ਗਿਆ? ਨਹੀਂ, ਭਰਾ ਨਾਲ ਭਰਾ ਖਾਂਦਾ। ਅਤੇ ਉਹ ਜਿਹੜੀ ਸ਼ਰਾਰਤ, ਸੱਪ ਛੱਡਣ ਵਾਲੀ ਗੱਲ ਇਹ ਹੈ ਕਿ ਜਦੋਂ ਹਾਲਾਤ ਪੈਦਾ ਕਰਕੇ ਉਹਨਾਂ ਨੂੰ, ਹਾਲਾਤਾਂ ਨੂੰ ਤੁਸੀਂ ਸੁਧਾਰਨ ਦੀ ਬਜਾਏ, ਉਹਨਾਂ ਨੂੰ ਸੰਭਾਲਣ ਦੀ ਬਜਾਏ, ਜਦੋਂ ਤੁਸੀਂ ਧੱਕੜਸ਼ਾਹੀ 'ਤੇ ਆ ਜਾਂਦੇ ਹੋ, ਅਤੇ ਦੂਜੇ ਪਾਸੇ ਤੁਸੀਂ ਧੱਕੜਸ਼ਾਹੀ ਇਸ ਲਈ ਕਰਦੇ ਹੋ ਕਿ ਕਿਸਾਨ ਸਾਡੇ ਨਾਲ, ਸਾਡਾ ਹੁਕਮ ਹੈ ਵੀ 5 ਬੰਦੇ ਨਹੀਂ ਇਕੱਠੇ ਹੋਣਗੇ, ਇਹ ਨਹੀਂ ਜਾਣਗੇ ਅਤੇ ਇਹ ਧੱਕੇ ਨਾਲ ਜਾਣਾ ਚਾਹੁੰਦੇ ਆ, ਤਾਂ ਉਹ ਸਾਰਾ ਜਿਹੜਾ ਇਸ਼ੂ ਆ ਆਊਟ ਆਫ ਫੋਕਸ ਹੋ ਜਾਂਦਾ। ਅਤੇ ਇਹੀ ਅਰਦਾਸ ਕਰੀਏ ਕਿ ਇਸ ਇਸ਼ੂ ਨੂੰ ਫੇਰ ਫੋਕਸ ਕਰੇ ਸਰਕਾਰ, ਫੇਰ ਕਰਨ ਸਾਡੇ ਪੰਜਾਬ ਦੇ ਲੀਡਰ ਇਰਰਿਸਪੈਕਟਿਵ ਆਫ ਦੇਅਰ ਪਾਰਟੀ, ਅਤੇ ਕਿਸਾਨ ਆਪਣੀ ਵਿਥਿਆ ਸੁਣਾਉਣ ਇਹਨਾਂ ਨੂੰ ਬੜੇ ਇੱਕ ਉਸ ਮਾਹੌਲ ਵਿੱਚ ਜਿਹਦੇ ਵਿੱਚ ਤੁਹਾਨੂੰ ਫਿਰ ਪੰਜਾਬ ਅਤੇ ਹਿੰਦੁਸਤਾਨ ਦੀਆਂ ਜਿਹੜੀਆਂ ਮਰਿਆਦਾਵਾਂ ਹੈ, ਪਰੰਪਰਾਵਾਂ ਹੈ, ਕਦਰਾਂ ਕੀਮਤਾਂ, ਉਹਦੇ ਵੱਲ ਨੂੰ ਧਿਆਨ ਹੋਵੇ। ਹੁਣ ਤਾਂ ਤੁਹਾਡਾ ਧਿਆਨ ਕੁਰਸੀ ਅਤੇ ਪੈਸੇ ਵੱਲ ਹੈ। ਇਹ ਕੁਰਸੀ ਤੋਂ ਪੈਸੇ ਤੋਂ ਧਿਆਨ ਹਟਾ ਕੇ ਤੁਹਾਨੂੰ ਫਿਰ ਉਸ ਤੁਹਾਡੇ ਸ਼ਾਨਾਂ ਮੱਤੇ ਗੁਰੂਆਂ ਦੇ ਦਿੱਤੇ ਹੋਏ ਸਿਧਾਂਤਾਂ ਅਤੇ ਸੱਭਿਆਚਾਰ ਵੱਲ ਨੂੰ ਆਉਣ ਦੀ ਅੱਜ ਬਹੁਤ ਜ਼ਿਆਦਾ ਲੋੜ ਹੈ। ਹੁਣੇ ਅੱਜ ਕੱਲ੍ਹ ਹੀ ਲੋੜ ਹੈ, ਅੱਜ ਹੀ ਲੋੜ ਹੈ। ਠੀਕ ਹੈ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਬਕਾ IAS ਸਰਦਾਰ ਕੁਲਬੀਰ ਸਿੰਘ ਸਿੱਧੂ, ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਜਿਹੜੀ ਰਾਜਨੀਤੀ ਚੱਲਦੀ ਹੈ, ਜਿਹੜੀ ਰਾਜਨੀਤੀ ਨੇ ਕਿਸਾਨਾਂ ਨਾਲ ਅਤੇ ਕਿਸਾਨਾਂ ਦੇ ਆਪਸੀ ਜਿਹੜੇ ਦੋ ਭਰਾ ਨੇ, ਚਾਹੇ ਪੁਲਿਸ 'ਚ ਹੈ, ਚਾਹੇ ਉਹ ਕਿਸਾਨੀ ਕਰਦਾ, ਇੱਕ ਲੜਾਈ ਪਵਾਉਣ ਦੀ ਕੋਸ਼ਿਸ਼ ਕੀਤੀ ਆ, ਜਾਂ ਫਿਰ ਸੱਪ ਛੱਡਣ ਦੀ ਗੱਲ ਆਈ ਆ, ਉਹ ਸੱਪ ਨਾ ਛੱਡੇ ਜਾਣ।
ਕਿਸਾਨਾਂ ਦੀ ਗੱਲ ਸੁਹਿਰਦਤਾ ਨਾਲ ਸੁਣੀ ਜਾਵੇ ਤੇ ਇਸ ਸਾਰੇ ਕਸ ਦਾ ਹੱਲ ਮਿਲ ਬੈਠ ਕੇ ਕੀਤਾ ਜਾਵੇ। ਨਹੀਂ ਤਾਂ ਜਿਹੜਾ ਪੰਜਾਬ ਦਾ ਅੱਕਿਆ ਕਿਸਾਨ ਲਗਾਤਾਰ ਦਿੱਲੀ 'ਚ ਧਰਨੇ ਤਾਂ ਦੇ ਹੀ ਰਿਹਾ, ਆਪਣੇ ਨਾਲ ਹੋਰ ਸੂਬਿਆਂ ਦੇ ਕਿਸਾਨਾਂ ਨੂੰ ਵੀ ਲਾ ਲੇਗਾ ਤੇ ਫਿਰ ਕੇਂਦਰ ਦੀ ਜਿਹੜੀ ਸਰਕਾਰ ਆ, ਮੋਦੀ ਸਰਕਾਰ ਆ, ਉਹਨੂੰ ਕਿਸਾਨ ਸੰਭਾਲਣੇ ਔਖੇ ਹੋ ਜਾਣਗੇ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਜੀ ਹਾਂ, ਦੁਨੀਆ ਬੜੀ ਤੇਜ਼ ਰਫ਼ਤਾਰ ਨਾਲ ਬਦਲ ਰਹੀ ਹੈ, ਤਾਂ ਫਿਰ ਸਾਡੀ ਖੇਤੀ ਕਿਉਂ ਨਾ ਬਦਲੇ। ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਹੁਤ ਜ਼ਰੂਰੀ ਹੈ ਆਧੁਨਿਕ ਜਾਣਕਾਰੀ ਅਤੇ ਤਕਨੀਕ ਨਾਲ ਜੁੜਨਾ। ਕੇਂਦਰ ਵੱਲੋਂ ਕਾਨੂੰਨ ਆਇਆ ਹੈ, ਇਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ। ਇੰਨੀ ਕੁ ਮਿੱਠੀ ਜ਼ਹਿਰ ਦਿੱਤੀ ਹੈ, ਅੱਜ ਆਪਾਂ ਨੂੰ ਇੱਕ ਦਿਖਾ ਰਹੇ ਨੇ। ਗਲੋਬਲ ਪੰਜਾਬ ਟੀਵੀ ਤੁਹਾਨੂੰ ਜੋੜੇਗਾ ਬਦਲਦੀ ਖੇਤੀ ਦੁਨੀਆ ਨਾਲ। ਤੁਸੀਂ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫੇਰ ਖੇਤਾਂ 'ਚ ਆ ਗਏ। ਖੇਤੀ ਪ੍ਰੋਗਰਾਮਾਂ ਦੇ ਤਜਰਬੇਕਾਰ ਅਮਰਜੀਤ ਸਿੰਘ ਵੜੈਚ ਦਾ ਵਿਸ਼ੇਸ਼ ਸ਼ੋਅ ਫਾਰਮ ਹਾਊਸ ਹਰ ਐਤਵਾਰ 7:30 ਵਜੇ ਈਟੀ ਤੁਹਾਡੇ ਆਪਣੇ ਗਲੋਬਲ ਪੰਜਾਬ ਟੀਵੀ ਤੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।